ਅਮਰਦਾਸ ਪਰਬੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਿ ਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਨੋ ਮਰਿਯਨ ਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕਉ ਵੰਦਨਾ ਸਿਰ ਚਰਨਨ ਪਰਤਾਰ ਏਕ ਓੰਕਾਰ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗੁਰ ਨਾਨਕ ਕਰਨਾ ਕਰੀ ਪੰਥ ਬਤਾਇਓ ਸਿੱਖ ਗੁਰ ਅਰਜਨ ਵਰਣਨ ਕਰੀ ਅਰਥ ਖਿਆਤ ਪਾਲਿਖ ਗੁਰ ਨਾਨਕ ਕਰਨਾ ਕਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਗੁਰਸਿੱਖਾਂ ਦੇ ਵੱਡੇ ਭਾਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਦਾ ਸਰ ਕਰਕੇ ਸ਼ਾਮ ਦੇ ਸਜੇ ਹੋਏ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਹਾਂ, ਜਿਸ ਵਿੱਚ ਆਪ ਜੀ ਰੋਜ਼ਾਨਾ ਹੀ ਗੁਰ ਕਥਾ, ਗੁਰ ਇਤਿਹਾਸ, ਗੁਰੂ ਵਿਚਾਰਾਂ ਸਰਵਣ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਬਣਾਉਂਦੇ ਹੋ। ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੀਵਨ ਚਰਿਤਰਾਂ ਦੀ ਲੜੀਵਾਰ ਕਥਾ ਚੱਲ ਰਹੀ ਹੈ। ਸਤਿਗੁਰੂ ਪਾਤਸ਼ਾਹ ਜੀ ਪਾਸ ਬ੍ਰਿਜਲਾਲ ਪੰਡਤ ਜੋ ਬੈਠ ਕਰਕੇ ਆਪਣੇ ਸੁਪਨੇ ਦੀ ਬਾਤ ਸਾਰੀ ਦੱਸ ਰਿਹਾ। ਸੱਚੇ ਪਾਤਸ਼ਾਹ ਜੀ ਸੁਪਨੇ ਦੇ ਵਿੱਚ ਇਹ ਸਾਰਾ ਗਿਆਨ ਜਿਹੜਾ ਮੈਨੂੰ ਹੋਇਆ, ਜੋ ਸ਼ਲੋਕ ਉਸਨੇ ਉਚਾਰਨ ਕਰਕੇ ਦੱਸੇ। ਫਿਰ ਉਹਨੂੰ ਸੁਖੈਨ ਬੋਲੀ ਦੇ ਵਿੱਚ ਦਸਮ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖਾਂ ਦੇ ਤਾਂ ਹੀ ਉਪਦੇਸ਼ ਦਿੱਤਾ ਕਿ ਭਾਈ ਸ੍ਰੀ ਜਪਜੀ ਸਾਹਿਬ ਦੇ ਨਾਲ ਸੁਖਮਨੀ ਸਾਹਿਬ ਦਾ ਜਪ ਹੈ ਜਿਹੜਾ, ਇਹਦਾ ਕੀ ਮਹਾਤਮ ਹੈ। ਵਿਸ਼ੇਸ਼ ਕਰਕੇ ਜਪਜੀ ਸਾਹਿਬ ਪਹਿਲਾ ਮੂਲ ਮੰਤਰ ਦਾ ਮਹਾਤਮ ਦੱਸਿਆ। ਪਹਿਲੀ ਪੌੜੀ ਨਾਨਕ ਹੋਸੀ ਪੀ ਸੱਚ ਤੱਕ। ਇਸੇ ਤਰ੍ਹਾਂ ਇੱਕ ਸ਼ਲੋਕ ਪਿਛਲਾ ਪਾ ਕਰਕੇ 40 ਗਿਣਤੀ ਜਿਹੜੀ ਹੈ ਪੂਰੀ ਲਿਖੀ ਹੋਈ।
ਪੌੜੀਆਂ ਜਿਹੜੀਆਂ 38 ਮੰਨੀਆਂ ਗਈਆਂ ਨੇ, ਮੂਲ ਮੰਤਰ ਨਾਲ ਜਪ ਅਤੇ ਸ਼ਲੋਕ ਪਹਿਲਾ ਪੁੱਤਰ ਤੱਕ ਨਾਨਕ ਹੋਸੀ ਕੀ ਸੱਚ। ਪਹਿਲੀ ਪੌੜੀ ਜਿਵੇਂ ਪੁਰਾਣੇ ਬਜ਼ੁਰਗ ਆਪ ਹੀ ਕਿਹਾ ਕਰਦੇ ਸਨ, ਪਹਿਲੀ ਪੌੜੀ ਦਾ ਜਾਪ। ਸੋ ਇਸੇ ਤਰ੍ਹਾਂ ਇਹ ਸਾਰੇ ਜਪਜੀ ਸਾਹਿਬ ਦਾ ਜਿਹੜਾ ਮਹਾਤਮ ਹੈ ਉਹ ਦੱਸਿਆ। ਜਪਜੀ ਸਾਹਿਬ ਦਾ ਮਹਾਤਮ ਹੈ ਜਿਹੜਾ ਗੁਰਮੁਖ ਪਿਆਰੇ ਉਹ ਦੱਸਣੇ ਮਾਤਰ ਆ ਨਾ। ਜਿਨ੍ਹਾਂ ਗੁਰਮੁਖਾਂ ਨੇ ਪ੍ਰੈਕਟੀਕਲ ਕੀਤਾ, ਜਿਨ੍ਹਾਂ ਨੇ ਜਪਿਆ, ਉਹਨਾਂ ਨੂੰ ਫਿਰ ਪਤਾ ਲੱਗ ਜਾਂਦਾ ਹੈ ਕਿ ਇਸ ਮਹਾਨ ਬਾਣੀ ਦੇ ਵਿੱਚ ਕਿੰਨੀ ਸ਼ਕਤੀ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਪਣਾ ਨਿਜ ਸਰੂਪ ਹੈ ਸ੍ਰੀ ਜਪਜੀ ਸਾਹਿਬ। ਫਿਰ ਵੇਖੋ ਬੜੀਆਂ ਖਾਸੀਅਤਾਂ ਨੇ। ਹੋਰ ਕੋਈ ਬਾਣੀ ਪੜ੍ਹਨ ਲੱਗੋ ਤੇ ਤੁਸੀਂ ਜਦੋਂ ਸ਼ੁਰੂ ਕਰਦੇ ਹੋ ਨਾ, ਜਦੋਂ ਕੰਠ ਬਾਣੀ ਪੜ੍ਹਨੀ, ਜਦੋਂ ਹੋਰ ਕੋਈ ਬਾਣੀ ਸੁਰਤ ਟਿਕਾ ਕੇ ਅਸੀਂ ਕਰਨ ਲੱਗਦੇ ਹਾਂ, ਕਈ ਵਾਰੀ ਕੀ ਹੁੰਦਾ, ਸੁਰਤ ਪਾਸੇ ਹੋ ਜਾਂਦੀ, ਧਿਆਨ ਵੀ ਪਾਸੇ ਹੋ ਜਾਂਦਾ ਹੈ, ਜੀਭ ਚੱਲਦੀ ਰਹਿੰਦੀ ਹੈ, ਇਸੇ ਤਰ੍ਹਾਂ ਰਸਨਾ ਚੱਲਦੀ ਰਹਿੰਦੀ ਤੇ ਉਹ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਫਤਿਹ ਬੁਲਾ ਦੇਗੀ ਕਿ ਚੌਪਈ ਸਾਹਿਬ ਦਾ ਪਾਠ ਹੈ, ਆਨੰਦ ਸਾਹਿਬ ਦਾ ਪਾਠ ਹੈ। ਇਸੇ ਤਰ੍ਹਾਂ ਨਿਤਨੇਮ ਦੇ ਸੋਈਏ ਹਨ। ਹੋਰ ਵੀ ਬਹੁਤ ਬਾਣੀਆਂ ਨੇ ਜਿਹੜੀਆਂ ਇੱਕ ਵਾਰੀ ਅਸੀਂ ਸ਼ੁਰੂ ਕਰ ਲੈਂਦੇ ਹਾਂ, ਕਈ ਵਾਰੀ ਪਤਾ ਹੀ ਉਦੋਂ ਲੱਗਦਾ ਕਿ ਜਦੋਂ ਫਤਿਹ ਬੁਲਾ ਦਿੱਤੀ ਬਾਣੀ ਦੀ ਸੰਪੂਰਨਤਾ ਵੀ ਹੋ ਗਈ, ਧਿਆਨ ਪਾਸੇ ਰਿਹਾ। ਜਪਜੀ ਸਾਹਿਬ ਇੱਕ ਐਸੀ ਬਾਣੀ ਹੈ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ, ਇੱਕ ਓੰਕਾਰ ਤੋਂ ਲੈ ਕੇ ਤੇ ਸਮਾਪਤੀ ਤੱਕ। ਇਹ ਜੇ ਅਸੀਂ ਕੰਠ ਤਾਂ ਆਪਣੇ ਕੰਠ ਤੋਂ ਉਚਾਰਨ ਕਰਕੇ ਪੜ੍ਹਨੀ ਹੋਵੇ ਬਿਨਾਂ ਗੁਟਕਾ ਸਾਹਿਬ ਤੋਂ, ਫਿਰ ਪੜ੍ਹੀ ਨਹੀਂ ਜਾ ਸਕਦੀ ਜਿੰਨਾ ਚਿਰ ਪੂਰਨ ਧਿਆਨ ਸਾਡਾ ਇਸ ਗੁਰਬਾਣੀ ਦੇ ਵਿੱਚ ਨਾ। ਉਹਦਾ ਕਾਰਨ ਹੈ, ਮੇਰੇ ਪਾਤਸ਼ਾਹ ਜੀ ਨੇ ਪਹਿਲਾਂ ਜਦੋਂ 5 ਪੌੜੀਆਂ ਤੱਕ ਜਦੋਂ ਅਸੀਂ ਇਹ ਬਾਣੀ ਪੜ੍ਹਦੇ ਹਾਂ, ਬੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਣੀ। ਇਹਦੇ ਤੋਂ ਅਗਲੇਰੀ ਜਿਹੜੀ ਪੌੜੀ ਹੈ, ਤੀਰਥ ਨਾਵਾ ਜੇ ਸੁਭਾਵਾ ਭਾਣੇ ਕੇ ਨਾਲ, ਉਹ ਵੀ ਨਾਲ ਰਲਦੀ ਮਿਲਦੀ ਹੈ। ਉਸ ਤੋਂ ਬਾਅਦ ਆ ਜਾਂਦੀ ਜੀਰ ਜੁਗ ਚਾਰੇ ਆਰਜਾਂ, ਅਤੇ ਉਸ ਤੋਂ ਬਾਅਦ ਜਿਹੜੀਆਂ ਪੌੜੀਆਂ ਆਉਂਦੀਆਂ ਨੇ ਸੁਣਿਆ ਨੇ, ਉਹ ਚਾਰੇ ਪੌੜੀਆਂ ਹੀ ਰਲਦੀਆਂ ਮਿਲਦੀਆਂ। ਜੇ ਧਿਆਨ ਨਾ ਦਿੱਤਾ ਤੇ ਪੌੜੀ ਛੱਡ ਵੀ ਜਾਵਾਂਗੇ, ਹੋ ਸਕਦਾ ਹੈ, ਜਾਂ ਉਲਟ ਪੁਲਟ ਵੀ ਬੰਦਾ ਪੜ੍ਹ ਸਕਦਾ। ਫਿਰ ਅੱਗੇ ਇੱਕ ਪੌੜੀ ਮੰਨੇ ਦੀ ਤੇ 3 ਮੰਨੇ ਦੀ। ਧਿਆਨ ਨਾਲ ਦੇਖਣਾ, ਪਹਿਲੀ ਪੌੜੀ ਮੰਨੇ ਦੀ ਹੈ ਇੱਕ ਲਾਂ ਦੇ ਨਾਲ, ਤੇ 3 ਪੌੜੀਆਂ ਮੰਨੇ ਦੀਆਂ। ਵੈਸੇ 4 ਹੀ ਇਸ ਤਰ੍ਹਾਂ ਮੰਨੇ ਦੀਆਂ ਮੰਨ ਲਈਆਂ ਜਾਂਦੀਆਂ ਨੇ। ਜੇ ਅਸੀਂ ਗੂੜ ਵਿਚਾਰ ਦੇ ਵਿੱਚ ਜਾਵਾਂਗੇ ਤੇ ਪੌੜੀ ਮੰਨੇ ਦੀ, 3 ਮੰਨੇ। ਉਸ ਤੋਂ ਬਾਅਦ ਵੀ ਇਸ ਤਰ੍ਹਾਂ ਹੀ ਹੁੰਦਾ ਹੈ, ਉੱਥੇ ਵੀ ਧਿਆਨ ਰੱਖਣਾ ਪੈਂਦਾ ਉਹਨਾਂ 4 ਪੌੜੀਆਂ ਦੇ ਵਿੱਚ। ਉਸ ਤੋਂ ਬਾਅਦ ਪੰਜ ਪ੍ਰਵਾਨ, ਪੰਜ ਪ੍ਰਧਾਨ, ਇਹ ਪੌੜੀ ਦਾ ਪਾਠ ਕਰਕੇ ਫਿਰ 3 ਪੌੜੀਆਂ ਅਸੰਖ ਜਾਪ, ਅਸੰਖ ਭਾਵ, ਅਸੰਖ ਮੂਰਖਾਂਤ ਘੋਰ, ਅਸੰਖ ਨਾਮ, ਅਸੰਖ ਖਾਵ, ਇਹ ਆਉਂਦੀਆਂ ਨੇ। ਇਹ ਵੀ ਬੜੇ ਧਿਆਨ ਨਾਲ ਪੜ੍ਹਨੀਆਂ ਪੈਂਦੀਆਂ ਨੇ। ਧਿਆਨ ਪਾਸੇ ਨਹੀਂ ਹੋਇਆ, ਅਸੀਂ ਪਾਪਾਂ ਦੇ ਭਾਗੀ ਵੀ ਬਣ ਸਕਦੇ ਹਾਂ, ਕਿਉਂਕਿ ਜਿਹੜੀਆਂ ਲਗਾ ਮਾਤਰਾ ਨੇ, ਸ਼ੁੱਧ ਗੁਰਬਾਣੀ ਹੈ, ਇਹ ਸੱਚੇ ਪਾਤਸ਼ਾਹ ਜੀ ਦੇ ਅੰਗ ਨੇ। ਤਾਂ ਹੀ ਕਹਿੰਦੇ ਨਾ ਆਪਾਂ, ਇੰਨੇ ਅੰਗ ਦੇ ਫਲਾਨਾ ਜਿਹੜਾ ਸ਼ਬਦ ਹੈ ਸੁਭਾਇਵਾਨ ਹੈ, ਇਹ ਪਾਤਸ਼ਾਹ ਜੀ ਦੇ ਅੰਗ ਨੇ। ਅੱਖਰ ਇਹ ਭਾਵਨਾ ਹੈ ਜਿੰਨੇ। ਜੇ ਕਿਸੇ ਇੱਕ ਸਿੱਖ ਨੇ ਜਾਂ ਅਨਮਤੀ ਨੇ ਕਿਸੇ ਨੇ ਧਰਮ ਗ੍ਰੰਥ ਮੰਨ ਲਿਆ, ਕਿਸੇ ਨੇ ਕਹਿ ਦਿੱਤਾ ਚੰਗੀਆਂ ਚੰਗੀਆਂ ਸਿੱਖਿਆਵਾਂ ਲਿਖੀਆਂ ਨੇ, ਤੇ ਕੋਈ ਜਿਹੜਾ ਸ਼ਰਧਾਪੂਰ ਜਿਹੜਾ ਗੁਰਸਿੱਖ ਹੋਏਗਾ ਨਾ, ਉਹਦੇ ਮਨ 'ਚ ਇਹ ਸਤਿਗੁਰੂ ਸੱਚੇ ਪਾਤਸ਼ਾਹ ਦਾ ਆਪਣਾ ਸਰੂਪ ਹੈ। ਸੋ ਇਸੇ ਤਰ੍ਹਾਂ ਹੀ ਪੜ੍ਹਦਿਆਂ ਅੱਗੇ ਜਦੋਂ ਗਏ, ਅੱਗੇ ਵੀ ਬੜੇ ਧਿਆਨ ਨਾਲ ਪੌੜੀਆਂ ਪੜ੍ਹਨੀਆਂ ਪਈਆਂ। ਫਿਰ ਜਾ ਕਰਕੇ ਸੋਦਰ ਆ ਜਾਂਦਾ ਹੈ। ਸੋਦਰ ਦੀ ਪੌੜੀ ਹੈ ਜਿਹੜੀ, ਉਹ ਵੀ ਬੜੇ ਧਿਆਨ ਨਾਲ ਪੜ੍ਹਨੀ ਪੈਂਦੀ। ਉਹਦੇ ਵਿੱਚੋਂ ਵੀ ਸੰਭਾਵਨਾ ਹੁੰਦੀ ਹੈ ਕਿ ਰਹਿ ਰਸ ਵਾਲਾ ਸੋਦਰ ਪੜ੍ਹ ਜਾਂਦੇ ਨੇ ਕਈ ਗੁਰਮੁਖ ਪਿਆਰੇ। ਉਹਨਾਂ ਵਿੱਚ ਦੋਵਾਂ 'ਚ ਭੇਦ ਆ।
फिर अगे चल करके मुंदा संतोख सरमपत झोली भुगत ज्ञान दया भंडारण, ये 4 पौड़ियाँ ने, उत्थे भी ध्यान रखना पैंदा है। कहन तो भाव अंत तक सरमखंड की बाणी रूप, कर्मखंड की बाणी जोर, ये सारा ध्यान रखना पड़ेगा। अंत तक ध्यान एकाग्र करके जपजी साहब का पाठ करना पड़ेगा, नहीं तो नहीं किया जा सकता। ये विशेषता है इस गुरबाणी की। फिर गुरमुख प्यारिओ, ਜਿਹੜਾ कोई रब का प्यारा इस गुरबाणी को पढ़ता फिर ध्यान दे नाल, कई ऐसे अभ्यासी जिंदगी वेखे ने सारे दिन दे विच कई पाठ जपजी साहब के करते तो एक पाठ वो विचार के करते, जिवें 5 मिनटां दे विच भी करी जा रहे हो, सारा दिन कीता पाठ, एक पाठ करना है बिल्कुल हौली हौली, 1 घंटे दे विच 1.5 घंटे दे विच हो जाए। जपजी साहब दे विच इन्नी शक्ति, इन्नी पावर सच्चे पातशाह जी के दर्शन ये गुरबाणी करवाउंदी। धन श्री गुरु नानक देव महाराज जी दे आप जी ने पौड़ी दर पौड़ी संखेप रूप दे विच सरवण कीता है कि एक एक पौड़ी का महात्म की है। उस तो बाद सच्चे पातशाह जी कहन लगे कि 28वीं पौड़ी जिवें कह लीए कि बजर पाप होए होण ते जे जप करे तो बजर पाप भी कहते ने माफ हो जाते हैं। फिर इस तरह 29वीं पौड़ी का जाप कि जे किसी को कोई सप लड़ जाए तो जहर चढ़ जाए तो वह जप करे तो वह ठीक हो जाता है। सारे पदार्थ ने जिहड़े संसार दे उन्होंने प्राप्त करने वास्ते इस तरह 30वीं पौड़ी फिर सच्चे पातशाह जी अगे दसदे ने कि कर्म मांझ 10 को पढ़े अर्थ माहे 20 पाठ। जे तो तुहानू कोई काम है, काम नहीं तुहाडा हो रहा तो फिर तुसीं 10 वारी पाठ करना जपजी साहब का, 10 पाठ करने ने कर्म वास्ते, काम वास्ते, धन आदि वास्ते। जे तुहानू धन की कमी है, गरीबी है, घर दे विच 20 पाठ रोजाना करे। कर्म मांझ 10 को पढ़े अर्थ माहे 20 पाठ, 30 कामना संचरत 40 मुख सुराठ। इस तरह 30 पाठ जिहड़े ने कामना की प्राप्ति वास्ते, ते जेकर तुहानू मुक्ति चाहिए है गुरसिख नूं कहंदे 40 पाठ रोजाना करे, ओढ़क नूं मुक्त हो जाएगा, उन्होंने उसनूं जन्म मरण के चक्कर दे विच नहीं आना, 84 का गेड़ा का कट्टिया जाएगा। सानू हरेक नूं संसारक वस्तुआं चाहिए ने, पर साडा जिहड़ा मन है ना ये गल मनण वास्ते तैयार नहीं होंदा। पहले दिन कर ले 10 पाठ, दूजे दिन कर ले, तीजे दिन, चौथा दिन आएगा छड़ परां किहड़े काम नूं पिया होया, आपे जो भागां च होएगा मिल जाएगा। कर नहीं ना सकते, फिर कीते नहीं जाने। 10 नहीं कर सकते 20 कित्थों कर लवांगे, फिर 20 नहीं कर सकते 30 कित्थों कर लवांगे। बहुत औखी घाट है ये, कहण मात्र गल्लां सौखियां ने, जो करना पैंदा है बहुत ज़्यादा विखड़ा पैंडा हो जाता है। तो जदों फिर जे कोई गुरसिख इस पासे लग जाए वो अंदरों कामना ही मुक जाती। ये भी गुरबाणी की विशेषता है। लगता तो वह तां गुरबाणी पढ़ने वास्ते भी आ जड़ा मेरा काम हो जाए। जो महीना 2 महीने लगातार गुरबाणी का जप करता है, ओढ़क नूं ऐसा मन बन जाता कोई चाहिए जी, हुण की मंगांगे महाराज दे कोलों, धन पदार्थ मिट्टी लगने शुरू हो जाते। सो गुरमुखो ये बड़ी विचित्र जी घटना है साडे जीवन की। रूहानियत का पक्ष है, जो असीं ओहदे दे विच प्रवेश करते हैं सानू बड़ा होर जी अदिख दुनिया ना, अनडिठी दुनिया वो दर्शन होंदे ने। ये गुरबाणी जी सानू अपने देश वाल लैके चलती है। साडी सुरत जी आ बहुत थल्ले होंदी जी। ये फिर जिवें आपां हुण संसार दे विच देखते हैं, साडियां अखां संसार नूं देख रहीआं, जिवें थोड़ा जिहा आपां मुख तां नूं करिए सानू आकाश दिसना थल्लिओं आ जिहड़ियां चीज़ां सानू दिखाई नहीं दिंदियां। जिवें अखां साडियां उपर नूं देख रही ने, हुण आकाश दिस रहा, थल्ले संसार नहीं दिस रहा। इस तरह ही जो साडी सुरत उपर नूं जाएगी उत्थे फिर सुन दे विच चलिया जाता, जिथे कोई विचार नहीं रह जाती। ये सारी ताकत कित्थों मिलती है? गुरबाणी दे विचों।
ਸੋ ਗੁਰਮੁਖ ਪਿਆਰਿਓ, ਇਸੇ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ 35 ਪੰਗਤ 36 ਗੜ੍ਹ ਸੂਰ ਕਾਂਚ 37 38 ਮਿਲਣੇ ਸਾਧ ਕੀ ਨਿਰਭਉ ਅਸੀਸ। ਜੇ ਸਤਸੰਗਤ ਦੀ ਪ੍ਰਾਪਤੀ ਕਰਨੀ ਹੋਵੇ ਤੇ ਫਿਰ 35ਵੀਂ ਪੌੜੀ ਦਾ ਜਪ ਕਰੇ, ਤੇ ਫਿਰ ਇਸੇ ਤਰ੍ਹਾਂ ਹੀ 36 ਗੜ੍ਹ ਜੇ ਕਿਲੇ ਨੂੰ ਫਤਿਹ ਕਰਨਾ ਹੋਵੇ ਤੇ 36ਵੀਂ ਪੌੜੀ ਦਾ ਜਪ ਕਰੇ। ਸੂਰਜ ਕਾਂਤ 37 ਤੇ ਫਿਰ ਇਸੇ ਤਰ੍ਹਾਂ ਹੀ ਸੂਰ ਕਾਜ, ਸੂਰਮੇ ਦਾ ਕੋਈ ਕੰਮ ਹੋਵੇ, ਉਹਦਾ ਬਲਸ਼ਾਲੀ ਕੋਈ ਕੰਮ ਹੋਵੇ, ਉਹਦੇ ਵਾਸਤੇ 37ਵੀਂ ਪੌੜੀ ਦੱਸੀ। ਜੇ ਕਿਸੇ ਰੰਗ ਰਤੜੇ ਦੀ ਮਨ ਦੇ ਵਿੱਚ ਇੱਛਾ ਹੋਵੇ, ਕੋਈ ਬ੍ਰਹਮ ਗਿਆਨੀ ਦਾ ਮਿਲਾਪ ਹੋ ਜਾਵੇ, ਉਹ 38ਵੀਂ ਪੌੜੀ ਨੂੰ ਜਪ ਕਰੇ। ਕਹਿ ਨਿਰਭਉ ਅਸੀਸ। ਸੋ ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਸੇ ਤਰ੍ਹਾਂ ਇਹਨਾਂ ਦਾ ਪਾਠ ਲਗਾਤਾਰ ਜਾਰੀ ਰੱਖੇ। ਜਿਹੜੀ ਇੱਛਾ ਮਨ ਦੇ ਵਿੱਚ ਹੋਏਗੀ ਉਹਨੂੰ ਉਹ ਪ੍ਰਾਪਤ ਹੋ ਜਾਏਗੀ। 39 ਧਨ ਦੇਵ ਕੋ 40 ਚਤੁਰ ਭਜ ਰੂਪ। 39 ਜਿਹੜਾ 39ਵੀਂ ਪੌੜੀ ਹੈ, ਜਾਤ ਪਹਾਰਾ ਧੀਰ ਸੁਨਿਆਰ, ਜਦੋਂ ਉਹਦਾ ਕੋਈ ਜਪ ਕਰੇਗਾ ਉਹਦਾ ਸਰੀਰ ਕਹਿੰਦੇ ਦੇਵਤਿਆਂ ਵਰਗਾ ਬਣ ਜਾਏਗਾ। ਇੰਨੀ ਸ਼ੁੱਧੀ ਆ ਜਾਏਗੀ ਉਹਦੇ ਸਰੀਰ ਦੇ ਵਿੱਚ, ਸੁਗੰਧੀ ਆਉਣੀ ਸ਼ੁਰੂ ਹੋ ਜਾਂਦੀ ਸਰੀਰ ਦੇ ਵਿੱਚੋਂ। ਜਿਵੇਂ ਸਾਡਾ ਸਰੀਰ ਜਿਹੜਾ ਗੁਰਮੁਖ ਮਾਇਆ ਵੇੜਿਆਂ ਦਾ, ਮਾਇਆਵੀ ਜਿਹੜੇ ਅਸੀਂ ਸੰਸਾਰ ਦੇ ਵਿੱਚ ਰਹਿੰਦੇ ਹਾਂ, ਸਾਡਾ ਸਰੀਰ ਦੁਰਗੰਧੀਆਂ ਕਰਦਾ। ਅਸੀਂ ਕਈ ਤਰ੍ਹਾਂ ਦੇ ਸੈਂਟ, ਕਈ ਤਰ੍ਹਾਂ ਦੇ ਡੀਓ ਪਾਉਣੇ ਸਰੀਰ ਦੇ ਉੱਤੇ, ਪਾਊਡਰ ਪਾਉਂਦਾ ਮਨੁੱਖ, ਪਰ ਕਹਿੰਦੇ ਜਿਹੜੇ ਨਾਮ ਜਪਦੇ ਨੇ ਜਿਨ੍ਹਾਂ ਦੇ ਅੰਦਰ ਸੁਗੰਧੀ ਪੈਦਾ ਹੋ ਜਾਂਦੀ ਹੈ ਕਸਤੂਰੀ ਵਰਗੀ, ਤਾਂ ਵਿਸ਼ੇਸ਼ ਤਰ੍ਹਾਂ ਦੀ ਸੁਗੰਧ ਜਿਹੜੀ ਉਹਨਾਂ ਦੇ ਅੰਦਰੋਂ ਆਉਂਦੀ ਹੈ, ਦੇਵਤਿਆਂ ਵਰਗਾ ਉਹਨਾਂ ਦਾ ਜੀਵਨ ਹੋ ਜਾਂਦਾ ਹੈ। ਦੇਵਤੇ ਹੀ ਬਣ ਜਾਂਦੇ ਨੇ। ਸਰੀਰ ਕਿਉਂਕਿ ਛੱਡਣਾ ਸ਼ੁਰੂ ਕਰ ਦਿੰਦਾ ਨਾ ਉਹ ਮਨੁੱਖ, ਇਸੇ ਕਰਕੇ ਉਹਦਾ ਸਰੀਰ ਦੇਵਤਿਆਂ ਵਰਗਾ ਹੋ ਜਾਂਦਾ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਤ। ਇਹ ਵੀ ਵਚਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ। ਉਸ ਬਾਣੀ ਨੇ ਮਨੁੱਖਾਂ ਤੋਂ ਦੇਵਤਿਆਂ ਦੇ ਵਿੱਚ ਸਾਨੂੰ ਲੈ ਗਈ। ਐਸੀ ਹੈ ਜਪਜੀ ਸਾਹਿਬ ਦੀ ਬਾਣੀ। ਉਹਨੇ ਫਿਰ 39ਵੀਂ ਪੌੜੀ ਦਾ ਜਪ ਕਰੇ ਜਿਹਨੂੰ ਇਹੋ ਜਿਹੀ ਅਵਸਥਾ ਚਾਹੀਦੀ। ਤੇ ਜੇ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ, ਉਹਦੇ ਵਿੱਚ ਸਾਡੀ ਅਭੇਦਤਾ। ਫਿਰ ਕਹਿੰਦੇ ਪਿਛਲਾ ਜਿਹੜਾ ਸ਼ਲੋਕ ਹੈ ਅੰਤਲਾ ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਉਹਦਾ ਫਿਰ ਉਹ ਗੁਰਸਿੱਖ ਜਪ ਕਰੇ, ਕਰਦਾ ਰਹੇ। ਇੱਕ ਦਿਨ ਉਹ ਕਹਿੰਦੇ ਪ੍ਰਮਾਤਮਾ ਦੇ ਵਿੱਚ ਅਦਾਕਾਰ ਹੋ ਜਾਏਗਾ। ਉਹਦੀ ਬਿਰਤੀ ਬਿਲਕੁਲ ਵਿਚਾਰਾਂ ਤੋਂ ਰਹਿਤ ਹੋ ਜਾਏਗੀ। ਸੋ ਇਸ ਤਰ੍ਹਾਂ ਇਹ ਸਾਨੂੰ ਸ਼ਰਧਾ ਦੇ ਵਿੱਚ ਲੈ ਕੇ ਜਾਂਦੀਆਂ ਗੱਲਾਂ ਬਹੁਤ ਜ਼ਿਆਦਾ। ਦੋ ਚੀਜ਼ਾਂ ਨੇ, ਇੱਕ ਹੁੰਦਾ ਸਾਡੇ ਮਨ 'ਚ ਸ਼ੱਕ ਜਾਂ ਸੰਦੇਹ ਕਹਿ ਦਿੰਦੇ ਉਹਨੂੰ। ਸੰਦੇਹ ਸ਼ਕਤੀ ਹੈ ਜਿਹੜੀ ਉਹਨੇ ਕਨਵਰਟ ਹੋ ਕੇ ਉਹਨੇ ਸ਼ਰਧਾ ਦੇ ਵਿੱਚ ਕਨਵਰਟ ਹੋ ਜਾਣਾ। ਜੇ ਤਾਂ ਸਾਡੀ, ਕਿਉਂਕਿ ਸਾਨੂੰ ਸ਼ਕਤੀਆਂ ਦਿੱਤੀਆਂ ਅਕਾਲ ਪੁਰਖ ਵਾਹਿਗੁਰੂ ਨੇ ਬੜੀਆਂ, ਸਾਡੇ ਅੰਦਰ ਜਿਹੜੀ ਐਨਰਜੀ ਹੈ, ਫੋਰਸ ਆ, ਉਹਨੂੰ ਕਹਿੰਦੇ ਰੂਪਾਂਤਰਿਤ ਕਰਨਾ। ਅਸੀਂ ਬਾਣੀ ਪੜ੍ਹ ਕੇ, ਸਿਮਰਨ ਕਰਕੇ, ਸੰਗਤ ਕਰ ਕਰਕੇ, ਤੇ ਜਦੋਂ ਸਾਡਾ ਸੰਦੇਹ, ਸਾਡਾ ਸ਼ੱਕ ਅੰਦਰ ਜਿਹੜੇ ਪੈਦਾ ਹੁੰਦੇ ਨੇ, ਭਰਮ ਪੈਦਾ ਹੁੰਦੇ ਨੇ, ਜਿਸ ਦਿਨ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ, ਇਹ ਜਿਹੜੇ ਸ਼ੱਕ ਨੇ, ਸੰਦੇਹ ਨੇ, ਇਹ ਫਿਰ ਸ਼ਰਧਾ ਦੇ ਵਿੱਚ ਬਦਲ ਜਾਂਦੇ ਨੇ। ਸ਼ਰਧਾ ਗੁਰੂ ਦੇ ਆ ਜਾਂਦੀ, ਫਿਰ ਸ਼ੱਕ ਨਹੀਂ ਕੋਈ ਰਹਿ ਜਾਂਦਾ। ਫਿਰ ਸੰਦੇਹ ਦੇ ਉੱਤੇ ਵੀ ਸੰਦੇਹ ਕਰਕੇ, ਸ਼ੱਕ ਦੇ ਉੱਤੇ ਵੀ ਸ਼ੱਕ ਕਰਕੇ ਇੱਕ ਦਿਨ ਸ਼ਰਧਾ ਆ ਜਾਂਦੀ ਹੈ ਕਿ ਨਹੀਂ ਹੁਣ ਨਹੀਂ, ਹੁਣ ਬਸ ਹੋ ਗਈ। ਕਿੰਨਾ ਕੁ ਚਿਰ ਸ਼ੱਕ ਕਰਾਂਗਾ, ਕਿੰਨਾ ਕੁ ਚਿਰ ਸ਼ੰਕੇ ਲਿਆਵਾਂਗੇ ਮਨ ਦੇ ਵਿੱਚ। ਤੇ ਜੇਕਰ ਕਿਰਪਾ ਨਹੀਂ ਹੋਈ, ਬਾਣੀ ਨਹੀਂ ਪੜ੍ਹੀ, ਫਿਰ ਸ਼ੱਕ ਦੇ ਨਾਲ ਹੀ ਉਹ ਸਾਰੀ ਜ਼ਿੰਦਗੀ ਲੰਘਾ ਦਿੰਦਾ। ਫਿਰ ਉਹਦੇ ਤੇ ਕਿਰਪਾ ਨਹੀਂ ਹੁੰਦੀ। ਸ਼ਰਧਾ ਜੇ ਲਿਆਉਣੀ ਹੈ ਨਾ, ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਬਾਣੀ ਨੂੰ ਪੜ੍ਹਿਆ ਕਰ, ਜਪਜੀ ਸਾਹਿਬ ਦੇ ਪਾਠ ਕਰਿਆ ਕਰ। ਜੇ ਤੂੰ ਕਿਰਪਾ ਲੈਣੀ, ਬ੍ਰਹਮ ਗਿਆਨ ਦੀ ਦਾਤ ਲੈਣੀ, ਸਾਰੇ ਸੁੱਖ ਲੈਣੇ ਨੇ, ਫਿਰ ਜਪਜੀ ਸਾਹਿਬ ਨੂੰ ਇੱਕ ਮਨ ਚਿੱਤ ਹੋ ਕੇ ਜਿੰਨੇ ਵੀ ਪਾਠ ਹੁੰਦੇ ਕਰਿਆ ਕਰ। ਭਾਈ ਗੋਦੜੀਆ ਜੀ ਹੋਏ ਨੇ, ਇਤਿਹਾਸ ਦੇ ਵਿੱਚ ਆਉਂਦਾ ਹੈ, ਕਹਿੰਦੇ ਸੱਚੇ ਪਾਤਸ਼ਾਹ ਜੀ ਅਨੰਦ ਸਿੱਖ ਇਹ ਜਪਜੀ ਸਾਹਿਬ ਦੇ ਪਾਠ ਕਰਦਿਆਂ ਕਰਦਿਆਂ ਅਵਸਥਾ ਇੱਥੋਂ ਤੱਕ ਪਹੁੰਚ ਗਈ, ਕਹਿੰਦੇ ਜਿੱਥੇ ਵੀ ਜਗ੍ਹਾ ਮਿਲਣੀ ਤੇ ਉੱਥੇ ਹੀ ਸੌਂ ਜਾਣਾ। ਮਸਤਾਨਾ ਜਿਹਾ ਪਹਿਰਾ ਹੋ ਗਿਆ, ਜਿਵੇਂ ਬਾਬਰਾ ਜਿਹਾ ਹੋ ਜਾਂਦਾ ਬੰਦਾ, ਜਿੱਥੇ ਵੀ ਸੌਣਾ ਉੱਥੇ ਸੌਂ ਜਾਣਾ ਤੇ ਫਿਰ ਬਾਣੀ ਪੜ੍ਹਦੇ ਰਹਿਣਾ। ਤੇ ਇਸ ਤਰ੍ਹਾਂ ਹੁੰਦਾ ਕਿ ਲਗਭਗ 25 ਕੁ ਪਾਠ ਕਰਦੇ ਸਨ, ਬੜੇ ਆਰਾਮ ਦੇ ਨਾਲ, ਪ੍ਰੇਮ ਦੇ ਨਾਲ, ਸਾਰੀ ਦਿਹਾੜੀ ਰਸ ਲੈ ਲੈ ਕੇ ਉਹਨਾਂ ਪਾਠ ਕਰਨਾ। ਇਸ ਤਰ੍ਹਾਂ ਗੱਲ ਹੋਈ, ਉਹਨਾਂ ਦੇ ਕੋਲ ਦੰਪਤੀ ਜੋੜਾ ਆਇਆ, ਕਹਿੰਦੇ ਉਹਨਾਂ ਦਾ ਬੱਚਾ ਸੀ ਜਿਹੜਾ ਉਹ ਛੋਟੀ ਜਿਹੀ ਉਮਰ ਦਾ ਸੀ। ਉਹ ਆਏ, ਉਹਨਾਂ ਨੂੰ ਪਤਾ ਲੱਗਾ ਕਿ ਇਹ ਗੁਰੂ ਦਾ ਪਿਆਰਾ ਹੈ,
ਇਹਦੇ ਤੇ ਬੜੀ ਕਿਰਪਾ। ਉਹ ਰੋਣ ਲੱਗ ਪਏ, ਕਹਿਣ ਲੱਗੇ ਸਾਡੇ ਬੱਚੇ ਦਾ ਅੰਤਲਾ ਸਮਾਂ ਆ ਗਿਆ ਹੈ। ਉਹ ਕਹਿੰਦੇ ਕੀ ਗੱਲ ਹੋਈ? ਕਹਿੰਦੇ ਸਾਡੇ ਘਰੇ ਪੁੱਤਰ ਨਹੀਂ ਪੈਦਾ ਹੋ ਰਿਹਾ ਸੀ, ਸਾਨੂੰ ਕਿਸੇ ਯੋਗ ਸਾਧਨਾ ਵਾਲੇ ਕਿਸੇ ਸਾਧੂ ਨੇ ਦੱਸਿਆ ਕਿ ਪੁੱਤਰ ਤੇ ਪੈਦਾ ਹੋ ਜਾਏਗਾ, ਪਰ ਉਹਨੇ 7 ਕੁ ਸਾਲ ਹੀ ਉਹਦੀ ਜਿਹੜੀ ਆਜੂ ਰਹਿਣੀ ਨਾਰਮਲਾ। ਕਹਿੰਦੇ ਅੱਛਾ। ਤੇ ਉਹ ਕਹਿਣ ਲੱਗੇ ਕਿ ਤੁਸੀਂ ਕਿਰਪਾ ਕਰੋ। ਤੇ ਉਹ ਕਹਿਣ ਲੱਗੇ ਕਿ ਚਲੋ ਕੋਈ ਗੱਲ ਨਹੀਂ, ਤੁਸੀਂ ਬਾਣੀ ਪੜ੍ਹਿਆ ਕਰੋ, ਜਪਜੀ ਸਾਹਿਬ ਦੇ ਪਾਠ ਕਰਿਆ ਕਰੋ, ਜਿਵੇਂ ਜਿਵੇਂ ਬਾਣੀ ਪੜ੍ਹੋਗੇ ਉਵੇਂ ਉਵੇਂ ਦੀ ਉਮਰ ਵੱਧਦੀ ਜਾਏਗੀ। ਕਹਿੰਦੇ ਚਲੋ 25 ਸਾਲ ਹੋਰ ਇਹਦੀ ਉਮਰ ਵਧਾ ਦਿੰਦੇ, ਵਜਨ ਕਰ ਦਿੱਤਾ ਇਹਨੇ। ਉਹ ਓੜਕ ਨੂੰ ਕਹਿੰਦੇ ਉਹ ਆਪ ਚਲੇ ਗਏ। 7 ਸਾਲਾਂ ਦੇ ਬਾਅਦ ਉਹ ਕਹਿੰਦੇ ਸਾਧੂ ਆਇਆ, ਜਦੋਂ ਉਹਨੇ ਵੇਖਿਆ ਕਿ ਬੱਚਾ ਤੇ ਤੁਰਿਆ ਫਿਰਦਾ, ਉਹ ਕਹਿੰਦਾ ਮੇਰਾ ਜਿਹੜਾ ਯੋਗ ਸਾਧਨਾ ਦੁਆਰਾ ਮੈਂ ਕੋਈ ਤੁਹਾਨੂੰ ਦੱਸਿਆ ਸੀ, ਇਹ ਗਲਤ ਕਿਵੇਂ ਹੋ ਗਿਆ? ਹੋ ਨਹੀਂ ਸਕਦਾ। ਕੌਣ ਸੀ ਜਿਹਨੇ ਇਹ ਮੇਰਾ ਵਜਨ ਟਾਲ ਦਿੱਤਾ? ਉਹ ਕਹਿੰਦੇ ਰੱਬ ਦਾ ਪਿਆਰਾ ਗੁਰਸਿੱਖ ਹੈ ਭਾਈ ਗੋਦੜੀਆ, ਜਿਹੜਾ ਜਪਜੀ ਸਾਹਿਬ ਦੇ 25 ਪਾਠ ਰੋਜ਼ਾਨਾ ਕਰਦਾ, ਉਹਨੇ ਵਚਨ ਕੀਤਾ ਵੀ ਇਹਦੀ ਮ੍ਰਿਤੂ ਨਹੀਂ ਹੋਣੀ। ਉਹਨਾਂ ਨੇ ਵਚਨ ਕਰ ਦਿੱਤਾ। ਕਹਿੰਦਾ ਇਹ ਕਿਵੇਂ ਹੋ ਸਕਦਾ? ਉਹਨਾਂ ਜਾ ਕੇ ਉਹਦੇ ਨਾਲ ਮਿਲਾ ਦਿੱਤਾ ਗੁਰਸਿੱਖ ਦੇ। ਉਹ ਕਹਿੰਦੇ ਕਿ ਹੋਰ ਵੱਧ ਜਾਏਗੀ। ਉਹ ਕਹਿੰਦਾ ਇਹ ਵੀ ਨਹੀਂ ਹੋ ਸਕਦਾ, ਮੇਰੇ ਵਚਨ ਤੂੰ ਟਾਲ ਨਹੀਂ ਸਕਦਾ। ਤੇ ਫਿਰ ਜਦੋਂ ਪਤਾ ਲੱਗਾ, ਜਦੋਂ ਅੰਤਰ ਧਿਆਨ ਹੋਇਆ, ਇਹਦੇ ਰੱਬ ਦਾ ਪਿਆਰਾ ਭਾਈ ਗੋਦੜੀਆ ਬ੍ਰਹਮ ਗਿਆਨ ਦੇ ਵਿੱਚ ਭੂਮਿਕਾ ਹੈ, ਇਹਦਾ ਤਾਂ ਕਿਆ ਹੋਇਆ ਦਰਗਾਹ ਤੱਕ ਚੱਲਦਾ ਹੈ, ਮੈਂ ਤੇ ਉੱਥੇ ਤੱਕ ਜਾ ਨਹੀਂ ਸਕਦਾ। ਫਿਰ ਢਹਿ ਕੇ ਚਰਨਾਂ ਤੇ ਪੈ ਗਿਆ। ਉਹ ਸ਼ਕਤੀ ਕਿੱਥੋਂ ਪ੍ਰਾਪਤ ਹੋਈ? ਜਪਜੀ ਸਾਹਿਬ ਦੇ ਵਿੱਚ। ਇੰਨੀ ਮਹਾਨਤਾ ਸਤ ਸੰਗਤ ਜਪਜੀ ਸਾਹਿਬ ਦੇ ਪਾਠ ਦੀ। ਜਿਹੜੇ ਗੁਰਸਿੱਖ ਕਰਦੇ ਨੇ ਉਹਨਾਂ ਨੂੰ ਪਤਾ ਹੈ ਇਹਦੇ ਵਿੱਚ ਕਿੰਨੀ ਸ਼ਕਤੀ ਹੈ, ਕਿਉਂਕਿ ਅਸੀਂ ਤੇ ਆਪਣੇ ਸੰਸਾਰੀ ਕੰਮਾਂ ਤੋਂ ਸ਼ੁਰੂ ਕਰਨਾ ਨਾ, ਸਾਨੂੰ ਪਰਮਾਰਥ ਦਾ ਜੇ ਬਹੁਤਾ ਪਤਾ ਨਹੀਂ। ਤੋ ਜੇ ਸੰਸਾਰੀ ਕੰਮ ਵੀ ਕਰਾਉਣੇ ਭਾਈ, ਕਹਿੰਦੇ ਫਿਰ ਜਪਜੀ ਸਾਹਿਬ ਦਾ ਜਿਹੜਾ ਜਪ ਹੈ ਉਹ ਇੱਕ ਮਨ ਚਿੱਤ ਹੋ ਕੇ ਕਰਿਆ ਕਰੋ, ਤੁਹਾਡੇ ਤੇ ਕਿਰਪਾ ਹੋਏਗੀ, ਮਿਹਰਾਮਤ ਹੋਏਗੀ, ਸੱਚੇ ਪਾਤਸ਼ਾਹ ਜੀ ਸਾਰੇ ਤੁਹਾਡੇ ਕਾਰਜ ਸੰਪੂਰਨ ਕਰਨਗੇ। ਸੋ ਆਓ ਅੱਗੇ ਹੁਣ ਜਿਵੇਂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਮਨ ਬਿਰਤੀਆਂ ਨੂੰ ਕਾਗਰ ਕਰੀਏ। ਪ੍ਰੇਮ ਨਾਲ ਸਾਰੀ ਸੰਗਤ ਇੱਕ ਵਾਰੀ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗੁਰ ਨਾਨਕ ਕਰਨਾ ਕਰੀ, ਪੰਥ ਬਤਾਇਓ ਸਿੱਖ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਕਰ ਦਿੱਤੀ ਹੈ। ਜਿਹੜਾ ਗਿਆਨ, ਜਿਹੜਾ ਬ੍ਰਹਮ ਗਿਆਨ ਲੁਕੋਟ ਹੋ ਕੇ ਪਹਿਲਾਂ ਰੱਖਿਆ ਗਿਆ ਸੀ ਨਾ ਇਸ ਸੰਸਾਰ ਦੇ ਵਿੱਚ, ਹੁਣ ਤੱਕ ਮੇਰੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਦੇ ਤਾਈਂ ਪ੍ਰਗਟ ਕਰ ਦਿੱਤਾ। ਗੁਰਬਾਣੀ ਝੋਲੀ ਦੇ ਵਿੱਚ ਪਾ, ਨਾਮ ਝੋਲੀ ਦੇ ਵਿੱਚ ਪਾਇਆ ਕਿ ਖਾਵੋ ਖਰਚੋ ਰਲ ਮਿਲ ਭਾਈ, ਤੋੜ ਨਾ ਆਵੇ ਵੱਧ ਹੋ ਜਾਏ। ਇਹ ਇੱਕ ਖਜ਼ਾਨਾ ਤੁਹਾਨੂੰ ਦੇ ਦਿੱਤਾ। ਹੁਣ ਇਹ ਖਜ਼ਾਨਾ ਗੁਰਦੁਆਰਾ ਸਾਹਿਬ ਦੇ ਵਿੱਚ ਵੰਡਿਆ ਜਾ ਰਿਹਾ, ਗੁਰਬਾਣੀ ਦੇ ਰਾਹੀਂ ਕੀਰਤਨ ਕੀਤਾ ਜਾ ਰਿਹਾ, ਪਾਠ ਕੀਤਾ ਜਾ ਰਿਹਾ, ਕਥਾ ਕੀਤੀ ਜਾ ਰਹੀ ਹੈ। ਕਿਸੇ ਤੋਂ ਲੁਕਾਇਆ ਥੋੜਾ ਜਾ ਰਿਹਾ ਕਿ ਛੁਪਾ ਕੇ ਦੇਣਾ ਕਿਸੇ ਨੂੰ ਅੰਦਰ ਵਾੜ ਕੇ, ਯਾ ਤੂੰ ਮੰਤਰ ਕਰੀ, ਯਾ ਤੂੰ ਇਸ ਤਰ੍ਹਾਂ ਜਪ, ਨਹੀਂ। ਸਾਰਿਆਂ ਵਾਸਤੇ ਭਾਈ ਜਿਹੜਾ ਕਰ ਲਵੇ ਆਪਣੀ ਮਿਹਨਤ ਆ, ਤੁਸੀਂ ਕਰੋ ਤੇ ਫਿਰ ਇਸ ਮਿਹਨਤ ਨੂੰ ਫਲ ਲੱਗੇਗਾ। ਇਹ ਤੇ ਮੇਰੇ ਪਾਤਸ਼ਾਹ ਜੀ ਨੇ ਸਾਡੇ ਤੇ ਕਿਰਪਾ ਕੀਤੀ ਗੁਰੂ ਸਿੱਖਾਂ ਦੇ ਤਾਈ। ਗੁਰ ਅਰਜਨ ਵਰਣਨ ਕਰੀ, ਅਰਥ ਖਿਆਤ ਪਾ ਲਿਖ। ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹਨਾਂ ਅਰਥਾਂ ਨੂੰ ਪ੍ਰਗਟ ਕਰ ਦਿੱਤਾ। ਸੁਪਨ ਬਾਤ ਪ੍ਰਗਟ ਕਰੀ, ਸਤਿਗੁਰ ਪੂਰਨ ਖਿਆਤ। ਸੁਪਨੇ ਦੀ ਬਾਤ ਸੀ ਜਿਹੜੀ ਬ੍ਰਿਜ ਲਾਲ ਪੰਡਤ ਦੀ, ਉਹ ਸੱਚੇ ਪਾਤਸ਼ਾਹ ਜੀ ਨੇ ਪ੍ਰਗਟ ਰੂਪ ਦੇ ਵਿੱਚ ਕਰ ਦਿੱਤੀ। ਭਾਈ ਇਹਨੂੰ ਆਹ ਸੁਪਨਾ ਹੈ, ਤੇ ਸੁਪਨਾ ਵੀ ਆਪ ਹੀ ਦਿੰਦੇ ਨੇ ਸੱਚੇ ਪਾਤਸ਼ਾਹ ਜੀ ਸਾਡੇ ਭਲੇ ਵਾਸਤੇ। ਕਿਸੇ ਦੇ ਅੰਦਰ ਪ੍ਰਵੇਸ਼ ਕਰਕੇ ਤੇ ਉਹਨੂੰ ਕੋਈ ਉਪਦੇਸ਼ ਵੀ ਦੇ ਸਕਦੇ, ਕਿਉਂਕਿ ਅਸੀਂ ਆ ਸਮੇਂ ਦੇ ਵਿੱਚ ਬੱਝੇ ਹੋਏ ਆ, ਟਾਈਮ ਸਪੇਸ ਦੇ ਵਿੱਚ ਅਸੀਂ ਰਹਿੰਦੇ ਆ। ਗੁਰੂ ਸਾਹਿਬ ਨਹੀਂ ਟਾਈਮ ਸਪੇਸ ਦੇ ਵਿੱਚ, ਸਮੇਂ ਤੋਂ ਬਾਹਰ ਨੇ। ਉਹ ਕਿਸੇ ਥਾਂ ਤੇ ਵੀ ਜਾ ਸਕਦੇ, ਕਦੋਂ ਵੀ ਜਾ ਸਕਦੇ। ਇਸੇ ਕਰਕੇ ਉਹ ਜਿਹਦੇ ਅੰਦਰ ਪ੍ਰਵੇਸ਼ ਕਰਕੇ ਐਸਾ ਕੋਈ ਵਿਚਾਰ ਪਾ ਦਿੰਦੇ ਨੇ ਦਿਮਾਗ ਦੇ ਵਿੱਚ, ਜਾਂ ਸੁਪਨੇ ਦੇ ਰਾਹੀਂ ਉਪਦੇਸ਼ ਦੇ ਦਿੰਦੇ। ਜੋ ਸੁਪਨੇ ਦੇ ਰਾਹੀਂ ਜਿਹੜਾ ਉਪਦੇਸ਼ ਹੋਇਆ ਬ੍ਰਿਜ ਲਾਲ ਨੂੰ ਸਤਿਗੁਰਾਂ ਨੇ ਪ੍ਰਗਟ ਕਰ ਦਿੱਤਾ। ਇਹਾਂ ਅਰਥ ਵਿਦਤਾਇਸ, ਲਿਖਿਓ ਜੋ ਸਿੱਖ ਸੁਹਾਤ। ਇਹ
ਇੱਥੇ ਕਹਿੰਦੇ ਕਵੀਰਾਜ ਅਸੀਂ ਲਿਖ ਦਿੱਤੇ ਨੇ ਜਿਹੜੇ ਸਿੱਖਾਂ ਨੂੰ ਸੁਹਾਉਂਦੇ ਹਨ, ਸੋਹਣੇ ਲੱਗਦੇ ਹਨ। ਪਾਠਕ ਪਰ ਪੂਰਨ ਕਿਰਪਾ ਅਰਜਨ ਗੁਰੂ ਪ੍ਰਤਾਪ। ਉਸ ਪਾਠਕ ਦੇ ਉੱਤੇ, ਉਸ ਜਿਹੜਾ ਜਪਜੀ ਸਾਹਿਬ ਦਾ ਪਾਠ ਕਰੇਗਾ ਉਹਦੇ ਉੱਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਵੀ ਪੂਰਨ ਤੌਰ ਤੇ ਕਿਰਪਾ ਹੈ। ਦੇਖ ਪੜ੍ਹੇ ਦੇ ਲਿਖ ਸੁਨੇ ਕਰ ਪੂਜਾ ਗੁਰ ਜਾਪ। ਇਸੇ ਤਰ੍ਹਾਂ ਹੀ ਚਾਰ ਤਰ੍ਹਾਂ ਦੇ ਨਾਲ ਦੇਖ ਕਰ ਪੂਜਾ, ਦਰਸ਼ਨ ਕਰਕੇ ਪੂਜਨ ਕਰਦਾ ਹੈ, ਪੜ੍ਹਦਾ ਹੈ, ਪਾਠ ਕਹਿੰਦੇ ਸੁਣਦਾ ਹੈ, ਲਿਖ ਕੇ ਦੂਜਿਆਂ ਨੂੰ ਬਾਣੀ ਦਿੰਦਾ ਹੈ। ਕਿਉਂਕਿ ਉਸ ਸਮੇਂ ਜੇ ਪ੍ਰਿੰਟਿੰਗ ਪ੍ਰੈਸਾਂ ਨਹੀਂ ਸਨ ਤੇ ਜਿਹੜਾ ਵੀ ਗੁਰਸਿੱਖ ਇਹਦੀ ਭਾਵਨਾ ਦੇ ਨਾਲ ਗੁਟਕੇ ਸਾਹਿਬ ਲਿਖ ਕੇ ਦਿੰਦੇ ਸਨ। ਵਿਰਲੇ ਵੇਲੇ ਗੁਰਸਿੱਖ ਜਿਹੜੇ ਲਿਖਾਰੀ ਸਨ ਉਹਨਾਂ ਨੇ ਸੇਵਾ ਕੀਤੀ। ਪੁਰਾਤਨ ਲਿਖਤਾਂ ਨੇ ਜਿਹੜੀਆਂ ਅੱਜ ਵੀ ਸਾਨੂੰ ਮਿਲਦੀਆਂ ਕਿ ਲੜੀਵਾਰ ਰੂਪ ਦੇ ਵਿੱਚ ਉਹਨਾਂ ਨੇ ਉਹ ਲਿਖਾਈ ਲਿਖੀ ਗੁਰਮਤਿ। ਸੋ ਜਿਹੜਾ ਵੀ ਇਹ ਸਾਰੇ ਕੰਮ ਕਰਦਾ, ਪੜ੍ਹਦਾ ਹੈ ਜਾਂ ਪੜ੍ਹ ਕੇ ਸੁਣਾ ਦਿੰਦਾ, ਕੋਈ ਅਨਪੜ੍ਹ ਹੈ ਉਹਨੂੰ ਪਤਾ ਨਹੀਂ ਲੱਗਦਾ ਉਹਨੂੰ ਵੀ ਸੁਣਾ ਦਿੰਦਾ ਹੈ ਜਾਂ ਲਿਖ ਕੇ ਕਿਸੇ ਦੇ ਤਾਈਂ ਦੇ ਦਿੰਦਾ ਹੈ, ਭਾਈ ਉਹਦੇ ਤੇ ਬੜੀ ਕਿਰਪਾ। ਉਹ ਸੱਚੇ ਪਾਤਸ਼ਾਹ ਜੀ ਦਾ ਬੜਾ ਅਨੰਦ ਸਿੱਖ ਹੈ ਜਿਹੜਾ ਇਹ ਸਾਰੇ ਕੰਮ ਕਰਦਾ ਹੈ। ਕਲ ਯੁਗ ਮੈਂ ਚੌਬਰਨ ਕੋ ਚਾਰ ਭਾਂਤ ਕਾ ਜਾਪ। ਕਲ ਯੁਗ ਦੇ ਵਿੱਚ ਚਾਰ ਤਰ੍ਹਾਂ ਦਾ ਜਿਹੜਾ ਜਾਪ ਹੈ ਉਹ ਮੰਨਿਆ ਗਿਆ ਹੈ। ਪਰਾ ਮੱਧਮਾ ਵੇਦ ਕਹਿ ਪਸਯੰਤੀ ਜਿਸ ਮਾਪ। ਇੱਕ ਗੱਲ ਹੋਰ ਹੈ ਗੁਰਮੁਖ ਪਿਆਰਿਓ, ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਅੰਦਰ ਦੀਆਂ ਇਹ ਦੱਸਣੇ ਮਾਤਰ ਨੇ, ਨਾਲੇ ਇਹ ਗਿਆਨ ਦੇ ਮਾਤਰ ਨੇ ਵੀ ਗਿਆਨ ਲੈਣਾ ਵੀ ਕੀ ਕੁਝ ਅੰਦਰ ਹੈ, ਕੀ ਕੁਝ ਘਟਦਾ ਹੈ। ਪਰ ਕਹਿੰਦੇ ਗੁਰਸਿੱਖ ਨੇ ਸਿਰਫ ਬਾਣੀ ਪੜ੍ਹਨੀ, ਆਪਣਾ ਜਿਹੜਾ ਨਿਰਮਲ ਕਰਮ ਕਰਨਾ, ਪ੍ਰੇਮ ਕਰਨਾ, ਭਾਵ ਕਰਨਾ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਕੇਵਲ ਤੇ ਕੇਵਲ ਪ੍ਰੇਮ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਕਰਨਾ। ਕਰਦੇ ਜਾਓ ਸ੍ਰੀ ਚੌਰ ਸਾਹਿਬ ਦੀ ਸੇਵਾ, ਫਿਰ ਤਾਬਿਆਂ ਦੀ ਸੇਵਾ, ਕੋਲ ਬੈਠੇ ਰਹਿਣਾ। ਸੋ ਸੱਚੇ ਪਾਤਸ਼ਾਹ ਦੀ ਹਜ਼ੂਰੀ ਨੂੰ ਮੰਨਣਾ। ਗੁਰਦੁਆਰਾ ਸਾਹਿਬ ਗਏ ਹਾਂ, ਜਿਵੇਂ ਪਿੰਡ ਦੇ ਵਿੱਚ ਗਏ, ਆਪਣੇ ਕੋਲ ਸੱਚੇ ਪਾਤਸ਼ਾਹ ਜੀ ਦੇ ਤੇ ਨਾਲ ਵਚਨ ਵਿਲਾਸ ਆਪਣੇ ਮਨ ਕਰਕੇ ਕਰਨੇ, ਆਪਣੀਆਂ ਵੇਦਨਾਵਾਂ ਰੱਖਣੀਆਂ, ਤਰ੍ਹਾਂ ਤਰ੍ਹਾਂ ਦੀ ਉਹ ਭਗਤੀ ਦੇ ਜਿਹੜੇ ਸਾਧਨ ਨੇ ਸਾਰੇ। ਉਹ ਇਹ ਸਾਰਾ ਕੁਝ ਇਹ ਗੁਰਸਿੱਖ ਦਾ ਸੇਵਾ ਕਰਨੀ, ਗੁਰੂ ਘਰ ਜਾ ਕੇ ਬਾਣੀ ਪੜ੍ਹਨੀ, ਨਿਰਮਲ ਕਰਮ ਕਰਨੇ। ਇਹ ਚੀਜ਼ਾਂ ਨੇ ਜਿਹੜੀਆਂ ਗਿਆਨ ਵਾਸਤੇ ਨੇ। ਇਹ ਜਦੋਂ ਅੰਦਰ ਜਪ ਜਾਏਗਾ ਉਦੋਂ ਆਪਣੇ ਆਪ ਹੀ ਪ੍ਰਗਟ ਹੋ ਜਾਏਗਾ, ਪਤਾ ਲੱਗ ਜਾਏਗਾ ਕਿ ਕਿਹੜੀ ਕਿਹੜੀ ਬਾਣੀ। ਤੋ ਜਿਵੇਂ ਸਾਨੂੰ ਅੱਜ ਕੱਲ੍ਹ ਯੋਗ ਦੇ ਸਾਧਨ ਜਿਹੜੇ ਨੇ ਉਹਨਾਂ ਦੇ ਰਾਹੀਂ ਸਾਨੂੰ ਕਈ ਉਹ ਕਹਿੰਦੇ ਨੇ ਵੀ ਇਸ ਤਰ੍ਹਾਂ ਜਪ ਕਰੋ, ਆਹ ਜਾਪ ਕਰੋ, ਵਾਹਿਗੁਰੂ ਦਾ ਜਿਹੜਾ ਜਾਪ ਹੈ ਇਸ ਤਰ੍ਹਾਂ ਕਰਨਾ, ਫਿਰ ਤੁਸੀਂ ਇੱਥੇ ਆਪਣੀ ਸੁਰਤ ਟਿਕਾ ਲੈਣੀ, ਫਿਰ ਇੱਥੇ ਲੈ ਜਾਣੀ। ਇਸ ਤਰ੍ਹਾਂ ਨਹੀਂ, ਗੁਰਸਿੱਖ ਨੇ ਸਿਰਫ ਗੁਰਮੰਤਰ ਦਾ, ਮੂਲ ਮੰਤਰ ਦਾ ਜਾਪ ਕਰਨਾ, ਬੈਠ ਕੇ ਕੰਮ ਸਾਡਾ ਇੰਨਾ ਹੈ ਵੀ ਅਸੀਂ ਰਸਨਾ ਦੇ ਨਾਲ ਜਪਣਾ ਹੈ। ਅੱਗੇ ਸੱਚੇ ਪਾਤਸ਼ਾਹ ਦੀ ਮਰਜ਼ੀ ਉਹ ਸਾਨੂੰ ਜਿੱਧਰ ਲੈ ਕੇ ਜਾਣੀ, ਗੁਰਬਾਣੀ ਦੀ ਮੌਜ, ਜਿੱਧਰ ਵੀ ਸਾਡੀ ਸੁਰਤ ਨੂੰ ਅੱਗੇ ਰਸਤਾ ਮਿਲੇਗਾ ਉਵੇਂ ਤੁਰੇ ਜਾਣਾ। ਤੁਸੀਂ ਆਪਣੇ ਬਲ ਕਰਕੇ ਨਾ ਜਪ ਸਕਦੇ ਹੋ, ਨਾ ਤੁਸੀਂ ਇਹ ਕਹਿ ਸਕਦੇ ਮੈਂ ਇੱਥੇ ਸੁਰਤ ਨੂੰ ਟਿਕਾ ਕੇ ਰੱਖਣਾ, ਇੱਥੇ ਰੱਖਣਾ ਕੁਝ ਨਹੀਂ ਕਰ ਸਕਦਾ। ਆਪਣੇ ਜ਼ੋਰ ਦੇ ਨਾਲ, ਆਪਣੇ ਬਲ ਦੇ ਨਾਲ ਕੋਈ ਜਪ ਨਹੀਂ ਸਕਦਾ। ਸੱਚੇ ਪਾਤਸ਼ਾਹ ਜੀ ਜਦੋਂ ਤਰਸ ਕਰਦੇ ਨੇ ਫਿਰ ਉਹ ਜਪਾ ਲੈਂਦੇ ਨੇ। ਇਹਦਾ ਇਹ ਭਾਵ ਨਹੀਂ ਕਿ ਜਪਣਾ ਸ਼ੁਰੂ ਨਹੀਂ ਕਰਨਾ। ਜਦੋਂ ਜਪਾਉਣ ਤੋਂ ਭਾਵ ਹੈ ਜਿਵੇਂ ਜਪ ਕਰਦੇ ਆਪਾਂ, ਜਪ ਕਰਦਿਆਂ ਕਈ ਵਾਰੀ ਜ਼ੋਰ ਲਾਉਣੇ ਆਪਾਂ ਅੰਦਰ ਖਾਤੇ, ਅੰਦਰੋਂ ਅੰਤਰੀ ਭਾਵ ਤੋਂ ਕਿ ਮੈਂ ਹੁਣ ਆਪਣੀ ਅਵਸਥਾ ਬਣਾ ਕੇ ਹੀ ਹਟਣਾ। 2 ਮਹੀਨੇ ਲਾ ਕੇ ਮੇਰੀ ਅਵਸਥਾ ਕੋਈ ਬਣੇਗੀ, ਮੈਨੂੰ ਕੋਈ ਦਰਸ਼ਨ ਹੋਣਗੇ ਤਾਂ ਹੀ ਮੈਂ ਨਹੀਂ। ਗੁਰਮੁਖੋ ਜ਼ੋਰ ਕੇ ਇੱਥੇ ਜ਼ੋਰ ਨਹੀਂ ਕੋਈ ਚੱਲਦਾ। ਇਹ ਪ੍ਰੇਮ ਦੀ ਖੇਡ ਆ, ਸਾਰੀ ਸਹਿਜ ਦਾ ਮਾਰ ਗਿਆ। ਹਰ ਕਾ ਬਲੋਬ ਨਾ ਬਲੋ ਮੇਰੇ ਭਾਈ, ਸਹਿਜ ਸਹਿਜੇ ਸਹਿਜੇ ਤੁਰਦਿਆਂ ਇੱਕ ਦਿਨ ਮੰਜ਼ਿਲ ਤੱਕ ਬੰਦਾ ਪਹੁੰਚ ਜਾਂਦਾ। ਜੇ ਮੰਜ਼ਿਲ ਤੱਕ ਨਾ ਵੀ ਪਹੁੰਚੇ, ਆਹ ਜਨਮ ਦੇ ਵਿੱਚ ਇੱਕ ਤੇ ਜ਼ਰੂਰ ਆ ਜੇ ਅੰਦਰ ਤੜਪ ਪੈਦਾ ਹੋ ਗਈ, ਵਿਰਹ ਪੈਦਾ ਹੋ ਗਿਆ ਪਰਮੇਸ਼ਰ ਦੇ ਨਾਮ ਦੇ। ਜਦੋਂ ਅਸੀਂ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਅੰਦਰ ਧਿਆਨ ਧਰ ਲਿਆ, ਫਿਰ ਉਹ ਜਿਹੜੀ ਤੜਪ ਹੈ ਸਾਨੂੰ ਫਿਰ ਗੁਰਸਿੱਖ ਦਾ ਜਿਹੜਾ ਇੱਕ ਜਨਮ ਹੈ ਹੋਰ ਦੇ ਦੇ ਕਿ ਜੇ ਨਾ ਸਾਡਾ ਪੂਰਾ ਹੋਇਆ ਇਹ ਜਨਮ ਦੇ ਵਿੱਚ ਸਾਡਾ,
ਤੇ ਅੱਗੇ ਜਾ ਕੇ ਫਿਰ ਜਿੱਥੋਂ ਛੱਡਿਆ ਜੀਵਨ ਉੱਥੋਂ ਫਿਰ ਜਿਹੜੀ ਯਾਤਰਾ ਸ਼ੁਰੂ ਹੋ ਜਾਂਦੀ। ਇਸ ਤਰ੍ਹਾਂ ਜਿਹੜੇ ਆਤਮ ਗਿਆਨੀ ਉਹਨਾਂ ਦੱਸਿਆ। ਸੋ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਲਯੁਗ ਦੇ ਵਿੱਚ ਵੇਦਾਂ ਦੇ ਵਿੱਚ 4 ਜਿਹੜੀਆਂ ਬਾਣੀਆਂ ਨੇ ਸ਼ਾਸਤਰਾਂ ਦੇ ਵਿੱਚ ਦੱਸੀਆਂ ਗਈਆਂ ਹਨ। ਬੈਖਰੀ ਚਾਰੇ ਥਾਨ ਮੈਂ ਤਨ ਮੈਂ ਕਰਹੁ ਵਾਸ। ਅਤੇ ਜਿਹੜੀ ਬੈਖਰੀ ਬਾਣੀ ਹੈ ਉਹ ਵੀ ਸਾਡੇ ਤਨ ਦੇ ਵਿੱਚ ਵਾਸ ਕਰਦੀ। ਬੈਖਰੀ ਬਾਣੀ ਜਿਹੜੀ ਅਸੀਂ ਬੋਲ ਰਹੇ, ਜਿਵੇਂ ਹੁਣ ਮੈਂ ਬੋਲ ਰਿਹਾ, ਇਹਨੂੰ ਬੈਖਰੀ ਬਾਣੀ ਕਹਿੰਦੇ। ਇਹ ਬਾਣੀਆਂ ਨੇ ਜਿਹੜੀਆਂ ਇੱਕ ਵਿਚਾਰ ਆਉਂਦੇ ਕਈ ਵਾਰੀ ਮਨ ਦੇ ਵਿੱਚ, ਜਿਹੜੇ ਬੋਲ ਨਹੀਂ ਸਕਦੇ ਕੋਸ਼ਿਸ਼ ਤੇ ਉਹ ਵੀ ਕਰਦੇ ਹੋਣਗੇ ਨਾ। ਅਸੀਂ ਬੋਲ ਲਈ, ਉਹਨਾਂ ਦੇ ਮੁਖ ਦੇ ਵਿੱਚ ਜੀਭ ਵੀ ਹੁੰਦੀ, ਹਰ ਇੱਕ ਚੀਜ਼ ਹੁੰਦੀ, ਵੋਕਲ ਕਾਰਡ ਵੀ ਉਹੀ ਹੁੰਦੇ ਨੇ ਗਲੇ ਦੇ ਵਿੱਚ। ਪਰ ਵੇਖੋ ਅਸਚਰਜ ਖੇਡ ਆ ਸੱਚੇ ਪਾਤਸ਼ਾਹ ਜੀ, ਉਹ ਬੋਲ ਨਹੀਂ ਸਕਦੇ। ਉਹਦੇ ਕੋਲੋਂ ਕਾਲਪੁਰਖ ਨੇ ਆਵਾਜ਼ ਖਿੱਚੀ ਹੋਈ, ਉਹ ਬੋਲ ਨਹੀਂ ਸਕਦਾ ਜਿੰਨਾ ਚਿਰ ਉਹਦਾ ਹੁਕਮ ਨਹੀਂ। ਇਹ ਜੀਭ ਹੈ ਨਾ, ਜਿੰਨਾ ਚਿਰ ਉਹਦਾ ਹੁਕਮ ਆ ਉਹਨਾਂ ਚਿਰ ਹੀ ਇਹ ਬੋਲਦੀ। ਇਹਨੇ ਤਾਂ ਸਿਰਫ ਸ਼ੇਪ ਦੇਣੀ ਅੱਖਰਾਂ ਨੂੰ, ਦੰਦਾਂ ਨਾਲ ਟੱਚ ਕਰਕੇ ਜਾਂ ਕਿਸੇ ਤਰੀਕੇ ਦੇ ਨਾਲ। ਜਦੋਂ ਅੰਦਰੋਂ ਨਾਭੀ ਤੋਂ ਉਤਪੰਨ ਹੁੰਦਾ ਪਰਾ ਬਾਣੀ, ਜਿੱਥੋਂ ਪ੍ਰਗਟ ਹੋਈ, ਫਿਰ ਹਿਰਦੇ ਤੇ ਆਈ, ਹੌਲੀ ਹੌਲੀ ਕਰਦਿਆਂ ਸ਼ਬਦ ਬਣ ਗਈ, ਅੱਖਰ ਬਣੇ, ਉਸ ਤੋਂ ਅੱਗੇ। ਪਰ ਹੁੰਦਾ ਕਿਵੇਂ? ਬਿਲਕੁਲ ਕਹਿੰਦੇ ਸਕਿੰਟ ਦੇ ਵੀ 1000ਵੇਂ ਹਿੱਸੇ ਦੇ ਵਿੱਚ ਸਾਰਾ ਕੁਝ ਹੋਈ ਜਾਂਦਾ ਹੈ। ਵੇਖੋ ਕਿੰਨੀ ਜ਼ਿਆਦਾ ਅੰਦਰ ਸਾਇੰਸ ਜਿਹੜੀ ਹੈ ਘਟਦੀ ਸਾਡੇ। ਅਸੀਂ ਕਿਵੇਂ ਸਾਇੰਸ ਦਾ ਰੌਲਾ ਪਾਉਣੇ ਆ, ਇਹੋ ਜਿਹੀਆਂ ਚੀਜ਼ਾਂ ਅਸੀਂ ਵੇਖਣ ਲੱਗੀਏ ਤੇ ਫਿਰ ਅਸੀਂ ਵਿਸਮਾਦ ਵਿੱਚ ਚਲੇ ਜਾਂਦੇ ਹਾਂ, ਹੈਰਾਨ ਹੋ ਜਾਂਦੇ ਹਾਂ ਕਿ ਐਡੀ ਕਿਰਪਾ ਸੱਚੇ ਪਾਤਸ਼ਾਹ ਜੀ। ਸੋ ਗੁਰਮੁਖੋ, ਇਹ ਜਿਹੜੀ ਬਾਣੀ ਇਹਨੂੰ ਬੈਖਰੀ ਬਾਣੀ ਕਿਹਾ ਗਿਆ। ਬੈਖਰੀ ਬਾਣੀ ਦੇ ਰਾਹੀਂ ਪਹਿਲਾਂ ਜਪ ਕੀਤਾ ਜਾਂਦਾ ਹੈ। ਪ੍ਰਗਟ ਹੋਤ ਮੁਖ ਮਹਿ ਵਸੈ ਸਭ ਨਰ ਕਰਤ ਪ੍ਰਕਾਸ਼। ਇਹ ਜਿਹੜੀ ਬਾਣੀ ਹੈ ਪ੍ਰਗਟ ਹੁੰਦੀ ਹੈ ਜਦੋਂ ਕੋਈ ਬੋਲਦਾ, ਜੇ ਸਾਰੇ ਬੋਲਦੇ ਨੇ ਉਹਨਾਂ ਦੇ ਮੁਖ ਤੋਂ ਅਸੀਂ ਸੁਣਦੇ ਹਾਂ, ਗੱਲਾਂ ਕਰਦੇ ਇੱਕ ਦੂਜੇ ਨਾਲ, ਵਿਚਾਰ ਵਟਾਂਦਰੇ ਕੀਤੇ ਆ, ਉਹ ਬੈਖਰੀ ਬਾਣੀ ਰਾਹੀਂ ਕਰਨੇ ਅਸੀਂ। ਜੇ ਕੋਈ ਸਾਧੂ ਉਹ ਪਰਾ ਬਾਣੀ ਦੇ ਰਾਹੀਂ ਵੀ ਗੱਲ ਕਰ ਸਕਦਾ। ਜੇ ਕੋਈ ਰੱਬ ਦਾ ਪਿਆਰਾ ਪੂਰਨ ਤੌਰ ਤੇ ਉਹ ਉੱਥੇ ਪਹੁੰਚ ਗਿਆ ਜਿੱਥੇ ਨੇ ਪਹੁੰਚਣਾ, ਤੇ ਦੂਸਰਾ ਵੀ ਉਹ ਜਿਵੇਂ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਆਪਾਂ ਕਹਿ ਦਿੰਦੇ ਆ, ਉਹਦਾ ਅਰਥ ਇਹ ਵੀ ਕੀਤਾ ਜਾ ਸਕਦਾ ਵੀ ਬ੍ਰਹਮ ਗਿਆਨੀ ਨੂੰ ਜਦੋਂ ਬ੍ਰਹਮ ਗਿਆਨੀ ਮਿਲਿਆ, ਉਹ ਆਪਣੇ ਅੰਦਰ ਦੇ ਨਾਲ ਵੀ ਗੱਲਾਂ ਕਰ ਸਕਦੇ। ਸਾਨੂੰ ਬੈਠਿਆਂ ਕੋਲ ਨਹੀਂ ਪਤਾ ਲੱਗਦਾ, ਕਿਉਂਕਿ ਉਹਨਾਂ ਦੀ ਪਰਾਬਾਣੀ ਤੱਕ ਉਹਨਾਂ ਦੀ ਪਹੁੰਚ ਹੋ ਗਈ, ਸਾਡੀ ਉੱਥੇ ਤੱਕ ਪਹੁੰਚ ਨਹੀਂ ਹੈ। ਤਾਂ ਸਾਡੀ ਜਿਹੜੀ ਇਹ ਸਮਰੱਥਾ ਹੈ, ਅਸੀਂ ਬੋਲ ਕੇ ਜਿਹੜੇ ਸਾਰੇ ਪ੍ਰਕਾਸ਼ ਹੁੰਦੇ ਆ, ਇਹਨੂੰ ਬੈਖਰੀ ਬਾਣੀ ਕਹਿੰਦੇ ਹਨ। ਨਾਭੀ ਪਹਿਲੀ ਹਿਰਦੇ ਦੋਏ ਕੰਠ ਤ੍ਰਿਤੀ ਮੁਖ ਬੋਲ। ਇਸੇ ਤਰ੍ਹਾਂ ਪਹਿਲੀ ਜੇ ਹੇਠਾਂ ਤੋਂ ਮੰਨੀਏ ਨਾਭੀ ਹੈ। ਨਾਭੀ ਜਿਹੜਾ ਧੁਰਾ ਹੈ ਸਾਡਾ ਸਾਰੇ ਸਰੀਰ ਦਾ ਕੇਂਦਰ ਹੈ, ਜਿੱਥੇ ਜਠ ਅਗਨ ਹੈ, ਜਿੱਥੇ ਅਗਨ ਹੈ ਜਿਹੜੀ ਭੋਜਨ ਨੂੰ ਪਚਾਉਂਦੀ ਹੈ, ਇਹ ਸਾਰੇ ਕੰਮ ਕਰਦੀ। ਅਗਨੀ ਦਾ ਮੁੱਖ ਕੁੰਡ ਜਿਵੇਂ ਕਹਿ ਲਈਏ ਸਰੋਤ ਨਾਭੀ ਹੈ, ਤੇ ਨਾਭੀ ਰਾਹੀਂ ਨਾਭੀ ਨੂੰ ਜਿਵੇਂ ਆਪਾਂ ਕਹਿੰਦੇ ਕਿ ਧੁਨੀ ਵੀ ਕਹਿੰਦੇ ਨੇ, ਭਾਵ ਕਿ ਇੱਥੋਂ ਹੀ ਧੁਨ ਜਿਹੜੀ ਪ੍ਰਗਟ ਹੁੰਦੀ ਸਾਰੀ। ਤੇ ਇਹ ਜਿਹੜੀ ਨਾਭੀ ਆ, ਨਾਭੀ ਦੇ ਰਾਹੀਂ ਇੱਕ ਬੱਚਾ ਆਪਣੀ ਮਾਂ ਦੇ ਨਾਲ ਜੁੜਿਆ ਹੁੰਦਾ ਅਤੇ ਉੱਥੇ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਦਾ ਜਿਹੜਾ ਜਪ ਹੈ ਉਹਨੂੰ ਜਿੰਦਾ ਰੱਖ ਰਿਹਾ ਹੁੰਦਾ ਹੈ। ਉਹਨੂੰ ਕਹਿ ਦਈਏ ਕਿ ਉੱਥੇ ਉਹਦੇ ਸਵਾਸ ਨੇ ਜਿਹੜੇ ਬਿਲਕੁਲ ਰੁਕੇ ਹੋਏ ਹੁੰਦੇ ਨੇ। ਇਸ ਤਰ੍ਹਾਂ ਵੀ ਮੰਨਿਆ ਗਿਆ, ਕਹਿੰਦੇ ਜਦੋਂ ਕੋਈ ਜਪ ਕਰਦਾ ਕਰਦਾ ਇੱਕ ਅਵਸਥਾ ਵਿੱਚ ਪਹੁੰਚਦਾ ਹੈ, ਇਹ ਇੱਕਰਾਂ ਸਵਾਸ ਲੈਂਦਾ ਤੇ ਇੱਕਰਾਂ ਛੱਡਦਾ। ਜਦੋਂ ਟਾਈਮ ਸਪੇਸ ਆਉਂਦਾ, ਜਦੋਂ ਬਿਲਕੁਲ ਜਿੱਥੇ ਨਾ ਉਹ ਸਾਹ ਲੈ ਰਿਹਾ ਹੁੰਦਾ ਨਾ ਛੱਡ ਰਿਹਾ ਹੁੰਦਾ, ਉਹ ਅੰਤਰਾਲ ਬਣਦਾ ਸਾਡਾ ਸਾਹ ਦੇ ਵਿੱਚ ਇੱਕ ਨਿੱਕਾ ਜਿਹਾ ਜਿਹੜਾ ਗੈਪ ਆਉਂਦਾ ਹੈ। ਹੌਲੀ ਹੌਲੀ ਉਸ ਗੈਪ ਨੂੰ ਜਦੋਂ ਵੱਡਾ ਕਰ ਲੈਂਦਾ ਨਾ ਅਭਿਆਸੀ, ਉੱਥੇ ਫਿਰ ਉਹਦਾ ਸਵਾਸ ਜਿਹੜਾ ਰੁਕ ਜਾਂਦਾ। ਉਸ ਤੋਂ ਬਾਅਦ ਆਪਾਂ ਕਹਿੰਦੇ ਨਾ, ਜਿਵੇਂ ਸੰਤੋਖਾ ਜੋਗੀ ਸੀ, ਉਹ ਕਹਿੰਦੇ ਸਤਯੁਗ ਤੋਂ ਬੈਠਾ ਹੋਇਆ ਸੀ, ਆਪਣੇ ਦਰਸ਼ਨ ਦੁਆਰ ਸਵਾਸਾਂ ਨੂੰ ਚੜਾ ਕੇ। ਕਲਯੁਗ ਦੇ ਵਿੱਚ ਉਹਨੂੰ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਨੇ ਕੱਢਿਆ।
ਇਸੇ ਤਰ੍ਹਾਂ ਗੁਰਮੁਖੋ ਜਿਵੇਂ ਜਿਵੇਂ ਸਵਾਸ ਉਹਦਾ ਲੰਮਾ ਹੁੰਦਾ ਜਾਂਦਾ ਉਵੇਂ ਉਵੇਂ ਉਹਦੀ ਉਮਰ ਵੱਧਦੀ ਜਾਂਦੀ, ਤੇ ਉਹਦਾ ਜਿਹੜਾ ਅੰਦਰ ਆ ਸਵਾਸਾਂ ਕਰਕੇ ਪ੍ਰਾਣਾ ਕਰਕੇ ਸਾਨੂੰ ਜਿਹੜੇ ਵਿਚਾਰ ਚੱਲਦੇ ਵਪਾਰ ਮੁੜਦੇ ਨੇ, ਭੁੱਖ ਲੱਗਦੀ, ਸਾਰਾ ਕੁਝ ਹੁੰਦਾ। ਜਦੋਂ ਸਵਾਸ ਰੋਕ ਲੈ ਸਰੀਰ ਸਾਡਾ ਰੁਕ ਗਿਆ। ਵੀ ਇਸੇ ਤਰ੍ਹਾਂ ਹੀ ਇਹ ਨਾਭੀ ਜਿਹੜਾ ਕੇਂਦਰ ਹੈ ਸਾਡੇ ਸਰੀਰ ਦਾ, ਇਹਨੂੰ ਕਹਿੰਦੇ ਪਰਾਬਾਣੀ। ਪਰਾਬਾਣੀ ਬ੍ਰਹਮ ਗਿਆਨ ਦੇ ਵਿੱਚ ਜਾ ਕੇ ਉੱਥੇ ਬੰਦਾ ਪਹੁੰਚਦਾ ਹੈ, ਉਦੋਂ ਪਹਿਲਾਂ ਨਹੀਂ। ਉਹਦੇ ਨਿਸ਼ਾਨੀਆਂ ਕੀ ਨੇ ਉਹ ਵੀ ਕਥਨ ਨਹੀਂ ਕੀਤੀਆਂ ਜਾ ਸਕਦੀਆਂ। ਉੱਥੇ ਇੱਕ ਬਾਣੀ, ਪਹਿਲੀ ਬਾਣੀ ਇਹ ਮੰਨੀ ਗਈ ਹੈ ਜਿਉ ਕਿਉ ਪਾਠ ਦੋਏ, ਫਿਰ ਅੱਗੇ ਹਿਰਦੇ ਦੀ ਦੂਸਰੀ। ਜੇ ਇਹਨਾਂ ਨੂੰ ਉਲਟ ਕਰਕੇ ਮੰਨੀਏ, ਜੇ ਪਹਿਲਾਂ ਵੈਖਰੀ, ਫਿਰ ਮੱਧਮਾ, ਫਿਰ ਹਿਰਦੇ ਤੇ, ਫਿਰ ਪਰਾ ਦੇ ਨਾਭੀ ਦੇ, ਇਸ ਤਰ੍ਹਾਂ ਮੰਨ ਲੈਂਦੇ ਨੇ ਚੌਥੀ। ਜੇ ਥੱਲਿਓਂ ਲੈ ਕੇ ਉੱਪਰ ਨੂੰ ਗਿਣੀਏ, ਫਿਰ ਪਹਿਲੀ ਨਾਭੀ, ਫਿਰ ਦੂਜੀ ਹਿਰਦੇ ਤੇ, ਫਿਰ ਤੀਸਰੀ ਗਲੇ ਤੇ ਅਖੀਰ ਦੀ ਜਿਹੜੀ ਵੈਖਰੀ ਬਣ ਗਈ। ਇਹ ਚਾਰ ਜਿਹੜੀਆਂ ਬਾਣੀਆਂ ਹਨ। ਜਿਉ ਕਿਉ ਪਾਠ ਫਲ ਅਧਿਕ ਹੋਏ, ਇਹੀ ਜਾਪ ਕੋ ਮੋਲ। ਜਿਵੇਂ ਜਿਵੇਂ ਕਹਿੰਦੇ ਫਿਰ ਇਹ ਪਾਠ ਕਰਦਾ ਨਾ ਕੋਈ ਗੁਰਮੁਖ ਪਿਆਰਾ, ਉਹਨੂੰ ਇਹ ਸ੍ਰੇਸ਼ਟ ਖਜ਼ਾਨਾ, ਉਹਦਾ ਮੁੱਲ ਜਿਹੜਾ ਹੈ ਪ੍ਰਾਪਤ ਹੁੰਦਾ ਹੈ। ਉਹ ਜਿਹੜਾ ਜਾਪ ਹੈ, ਉਹ ਜਿਹੜਾ ਅਭਿਆਸ ਕਰਦਾ ਜਗਿਆਸੂ, ਜਿਹਨੇ ਪਿਆਰ ਪਾ ਲਿਆ ਗੁਰਬਾਣੀ ਦੇ ਨਾਲ, ਹੌਲੀ ਹੌਲੀ ਉਹ ਉੱਥੋਂ ਦਾ ਰਸੀਦ ਬਣ ਜਾਂਦਾ ਹੈ। ਜਾਪ ਅਜਪਾ ਜਪ ਪਠ ਦਿਜਬਰ ਕੁਲ ਨੰਦ ਨੰਦ। ਅਜਪਾ ਜਾਪ ਫਿਰ ਕਰੇ। ਅਜਪਾ ਜਾਪ ਜਦੋਂ ਚੱਲ ਪਿਆ, ਭਾਵ ਕਿ ਹੁਣ ਕਰਦਾ ਨਹੀਂ, ਹੁਣ ਹੁੰਦਾ ਪਿਆ ਅੰਦਰ। ਜਦੋਂ ਮਨੁੱਖ ਕਰਨਾ ਛੱਡ ਦਿੰਦਾ ਹੈ, ਉਦੋਂ ਤੱਕ ਜਿਵੇਂ ਨਲਕੇ ਦੇ ਵਿੱਚੋਂ ਪਾਣੀ ਨਹੀਂ ਆ ਰਿਹਾ, ਬੋਰ ਦੇ ਵਿੱਚੋਂ ਪਾਣੀ ਨਹੀਂ ਆ ਰਿਹਾ, ਉਹਨਾਂ ਚਿਰ ਉੱਤੋਂ ਪਾਈ ਜਾ ਰਿਹਾ। ਇਹਨੂੰ ਸਾਲ ਵੀ ਲੱਗ ਸਕਦਾ, ਇਹਨੂੰ 2 ਸਾਲ ਵੀ ਲੱਗ ਸਕਦੇ ਨੇ। ਮਿਹਨਤ ਦੀ ਬਾਤ ਹੈ, ਬਹੁਤ ਸਖਤ ਮਿਹਨਤ ਇਹਦੇ ਵਾਸਤੇ ਚਾਹੀਦੀ। ਤੇ ਜਿਹਦੇ ਭਾਗ ਚੰਗੇ ਨੇ, ਜਿਹੜੀ ਕਿਸੇ ਨੇ ਪਿੱਛੇ ਵੀ ਬੰਦਗੀ ਕੀਤੀ ਹੋਵੇ ਕਿਸੇ ਨੇ, ਤੇ ਉਹ ਮਹੀਨਿਆਂ ਦੇ ਵਿੱਚ ਵੀ ਸਾਧਨਾ ਕਰ ਸਕਦਾ। ਅਜਪਾ ਜਾਪ ਤੱਕ ਪਹੁੰਚਣ ਤੱਕ ਉਹਨੂੰ ਆਪਣੀ ਵੈਖਰੀ ਬਾਣੀ ਦੇ ਨਾਲ ਇਹ ਜਾਪ ਕਰਦੇ ਰਹਿਣਾ ਪੈਂਦਾ। ਤੇ ਕਹਿਣ ਲੱਗੇ ਪਾਤਸ਼ਾਹ ਜੀ, ਦਿਜਬਰ ਕੁਲ ਨੰਦ ਨੰਦ, ਦਿਜਬਰ ਪੰਡਤਾਂ ਦੇ ਕੁਲ ਦੇ ਨਿਸ਼ਾਨ ਬ੍ਰਿਜ ਲਾਲ ਜੀ ਸੁਣੋ। ਜਿਹਨੇ ਜਪਾ ਜਾਪ ਚਲਾਉਣਾ ਹੈ, ਉਹਨੂੰ ਬੜੀ ਮਿਹਨਤ ਕਰਕੇ ਇੱਥੋਂ ਤੱਕ ਪਹੁੰਚਣਾ ਪਵੇਗਾ। ਗੁਰ ਅਰਜਨ ਢਿਗ ਦਾਸ ਕੋ ਪਾਇਓ ਪਰਮਾਨੰਦ। ਤੇ ਕਹਿਣ ਲੱਗਾ ਫਿਰ ਬ੍ਰਿਜ ਲਾਲ ਸੱਚੇ ਪਾਤਸ਼ਾਹ ਜੀ, ਮੈਂ ਇਸ ਆਨੰਦਮਈ ਅਵਸਥਾ ਨੂੰ ਪ੍ਰਾਪਤ ਕਰ ਲਿਆ ਤੁਹਾਡੀ ਕਿਰਪਾ ਦੇ ਨਾਲ। ਹੁਣ ਅਜਪਾ ਜਾਪ ਚੱਲਦਾ ਹੈ। ਅਜਪਾ ਜਾਪ ਜਿਹੜੀ ਦੂਸਰੀ ਅਵਸਥਾ ਜਾਪਦੀ, ਇਸ ਤਰ੍ਹਾਂ ਦੱਸਿਆ ਗਿਆ। ਕਹਿੰਦੇ ਭਾਈ ਪਾਰੋ ਜੀ ਪਰਮਹੰਸ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਹਿੰਦੇ ਕਿ ਪਾਤਸ਼ਾਹ ਜੀ ਸੁਣਿਆ ਹੈ ਕਿ ਜਪ ਕਰਦਿਆਂ ਅਵਸਥਾ ਆਉਂਦੀ ਹੈ, ਅਜਪਾ ਜਾਪ ਵੀ ਤੁਰ ਪੈਂਦਾ ਹੈ। ਪਾਤਸ਼ਾਹ ਜੀ ਕਹਿੰਦੇ ਹਾਂ, ਇਸੇ ਤਰ੍ਹਾਂ ਹੁੰਦਾ ਭਾਈ ਪਾਰੋ ਜੀ। ਇਸੇ ਤਰ੍ਹਾਂ ਹੀ ਜਿਹੜੀ ਬਾਣੀ ਅੰਦਰ ਲੈ ਜਾਂਦੀ, ਜਦੋਂ ਮੱਧਮਾਂ ਦੇ ਵਿੱਚ ਜਾ ਕੇ ਜਪਾ ਜਾਪ ਵੀ ਹੁੰਦਾ। ਕਹਿੰਦੇ ਸੱਚੇ ਪਾਤਸ਼ਾਹ ਜੀ ਫਿਰ ਕਰੋ ਕਿਰਪਾ, ਜਪਾ ਜਾਪ ਤੱਕ ਪਹੁੰਚ ਜਾਈਏ। ਪਾਤਸ਼ਾਹ ਜੀ ਕਹਿੰਦੇ ਹੋ ਜਾਏਗੀ ਕਿਰਪਾ। ਇਸ ਤੋਂ ਬਾਅਦ ਫਿਰ ਕਹਿੰਦੇ 6 ਮਹੀਨੇ ਬਤੀਤ ਹੋਏ ਜਪਾ ਜਾਪ ਦੇ ਵਿੱਚ। ਗੁਰਸਿੱਖ ਨੇ ਜਾ ਕੇ ਫਿਰ ਬੇਨਤੀ ਕੀਤੀ। ਪਾਤਸ਼ਾਹ ਜੀ ਸੁਣਿਆ ਹੈ ਕਿ ਜਿਹੜਾ ਜਪ ਹੈ 10ਵੇਂ ਦੁਆਰ ਦੇ ਵਿੱਚ ਵੀ ਚਲਿਆ ਜਾਂਦਾ। ਫਿਰ ਕਹਿੰਦੇ ਹਾਂ, ਇਸੇ ਤਰ੍ਹਾਂ ਹੀ ਇਹ ਜਿਹੜੀ ਗੁਰਬਾਣੀ ਹੈ ਇਹ 10ਵੇਂ ਦੁਆਰ ਦੇ ਵਿੱਚ ਲੈ ਜਾਂਦੀ। 10ਵੇਂ ਦੁਆਰ ਦਾ ਬੜਾ ਜ਼ਿਆਦਾ ਵਿਆਖਿਆ ਕੀਤੀ ਜਾਂਦੀ ਤਰ੍ਹਾਂ ਤਰ੍ਹਾਂ ਦੀ। ਪਰ ਗੁਰਸਿੱਖ ਦਾ ਜਿਹੜਾ 10ਵੇਂ ਦੁਆਰ ਆ, ਭਾਈ ਗੁਰਦਾਸ ਜੀ ਕਹਿੰਦੇ ਨੇ 10ਵੇਂ ਦੁਆਰ ਐਸਾ ਹੈ ਕਿਤੇ ਜੋਗੀਆਂ ਦਾ। ਯੋਗਾਨੰਦ ਨੇ ਸਵਾਸ ਟਿਕਾ ਲਏ ਉੱਥੇ, ਤੇ ਜਿੰਨਾ ਚਿਰ ਟਿਕਾਈ ਰੱਖੀ ਉਹਨਾਂ ਚਿਰ ਉੱਥੇ ਆਨੰਦ ਰਿਹਾ। ਜਦੋਂ ਥੱਲੇ ਆ ਕੇ ਫਿਰ ਸੰਸਾਰੀਆਂ ਵਰਗੇ ਹੋ ਗਏ। ਕਹਿੰਦੇ ਨਹੀਂ, ਗੁਰਸਿੱਖ ਜਦੋਂ ਪਹੁੰਚਦਾ ਫਿਰ ਉੱਥੇ ਕਹਿੰਦੇ ਵਾਪਸ ਨਹੀਂ ਆਉਂਦਾ। 10ਵੇਂ ਸਥਾਨ ਕੇ ਸਮਾਨ ਕੌਣ ਕੌਣ ਕਹਿਓ, ਗੁਰਮੁਖ ਪਾਵੇ ਸੋ ਤੋ ਅੰਤ ਨਾ ਪਾਵੇ।
ਦਸਮ ਦਵਾਰ ਦੇ ਸਮਾਨ ਕਹਿੰਦੇ ਦੂਜਾ ਕੋਈ ਥਾਂ ਹੈ ਨਹੀਂ। ਪਾਤਸ਼ਾਹ ਜੀ ਨੂੰ ਕਹਿੰਦੇ ਸੱਚੇ ਪਾਤਸ਼ਾਹ ਇਹ ਅਵਸਥਾ ਹੈ। ਮੇਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਤਰੁੱਠੇ ਪਤਾ ਸੀ ਜੀਵਨ ਮੁਕਤ ਕੀਤਾ ਹੋਇਆ ਸਿੱਖ ਨੂੰ, ਕਹਿੰਦੇ ਹਾਂ ਹੈ। ਪਾਤਸ਼ਾਹ ਜੀ ਬਖਸ਼ਿਸ਼ ਕਰੋ, ਫਿਰ ਸਾਡੇ ਤੇ ਵੀ ਕਿਰਪਾ ਹੋ ਜਾਏ। ਕਹਿੰਦੇ ਹੋ ਜਾਏਗੀ। ਫਿਰ ਇਸੇ ਤਰ੍ਹਾਂ ਕਹਿੰਦੇ ਕੁਝ ਸਮਾਂ ਕੱਢਿਆ ਗੁਰਸਿੱਖ ਨੇ। ਫਿਰ ਆ ਕੇ ਇੱਕ ਦਿਨ ਕਹਿੰਦਾ ਪਾਤਸ਼ਾਹ ਜੀ ਮੈਂ ਗੁਰਬਾਣੀ ਪੜ੍ਹਦਾ ਪਿਆ ਸੀ, ਮੇਰੇ ਮਨ ਦੇ ਵਿੱਚ ਇੱਕ ਵਿਚਾਰ ਆਇਆ। ਇਹ ਮੈਂ ਪੰਕਤੀ ਪੜ੍ਹੀ ਹੈ, ਗੁਰਮੁਖ ਰੋਮ ਰੋਮ ਹਰ ਧਿਆਵੈ। ਕਹਿੰਦੇ ਇਸੇ ਤਰ੍ਹਾਂ ਹੋ ਜਾਂਦਾ ਵੀ ਸਾਰੇ ਰੋਮ ਹੀ ਜਪਣ ਲੱਗ ਪੈਂਦੇ ਨੇ। ਕਹਿੰਦੇ ਜੇ ਗੁਰਬਾਣੀ ਦੇ ਵਿੱਚ ਲਿਖਿਆ ਫਿਰ ਸੱਚ ਹੀ ਹੈ, ਫਿਰ ਸੱਚ ਹੈ ਨਾ। ਫਿਰ ਕਹਿੰਦੇ ਅਵਸਥਾ ਵੀ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕਰੋ, ਉਹ ਅਵਸਥਾ ਫਿਰ ਬਖਸ਼ਿਸ਼। ਉਹ ਗੁਰਮੁਖੋ ਇਹ ਜਿਹੜੀਆਂ ਅਵਸਥਾਵਾਂ ਨੇ ਇਹ ਪਾਤਸ਼ਾਹ ਜੀ ਦੀ ਮਿਹਰਾਮਤ ਨਾਲ ਪ੍ਰਾਪਤ ਹੁੰਦੀਆਂ ਨੇ। ਅਜੱਪਾ ਜਾਪ ਜਿਹੜੀ ਦੂਸਰੀ ਅਵਸਥਾ ਹੈ, ਜਿੱਥੇ ਜਾ ਕਰਕੇ ਇਸ ਤਰ੍ਹਾਂ ਮੰਨ ਲਈਏ ਕਿ ਜੇ 10-20 ਪਾਠ ਦਿਨ ਦੇ ਸਮੇਂ ਕੀਤੇ ਨੇ ਤੇ ਸੁੱਤਿਆਂ ਪਿਆਂ 20 ਪਾਠ ਤੁਹਾਡੇ ਹੋਣੇ ਲਾਜ਼ਮੀ ਹਨ ਅਜੱਪਾ ਜਾਪ ਦੇ ਵਿੱਚ। ਉਹ ਅੰਦਰ ਜਿਵੇਂ ਇੱਕ ਰੀਲ ਪੈ ਜਾਂਦੀ ਹੈ, ਜਿਵੇਂ ਪਹਿਲਾਂ ਵਿਚਾਰ ਜਿੱਥੇ ਚੱਲਦੇ ਸਨ ਉੱਥੇ ਹੁਣ ਗੁਰਬਾਣੀ ਚੱਲਣੀ ਸ਼ੁਰੂ ਹੋ ਗਈ। ਦੇਵ ਰੂਹ ਨੂੰ ਪ੍ਰਾਪਤ ਹੋ ਗਿਆ ਉਹ ਮਨੁੱਖ, ਹੁਣ ਦੇਵਤਿਆਂ ਵਾਲਾ ਜੀਵਨ ਹੋ ਗਿਆ ਉਸਦਾ, ਦੇਵਤਿਆਂ ਵਾਲੀ ਉਹਦੀ ਕਾਰ ਹੋ ਗਈ, ਕਿਰਤ ਹੋ ਗਈ ਸਾਰੀ। ਸੋ ਗੁਰਮੁਖੋ ਇਹ ਜਿਹੜੀਆਂ ਸੱਚੇ ਪਾਤਸ਼ਾਹ ਦਰ ਘਰ ਦੀਆਂ ਪ੍ਰੇਮ ਦੀਆਂ ਬਾਤਾਂ, ਇਹ ਪੰਡਤ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਤੁਹਾਡੀ ਕਿਰਪਾ ਦੇ ਨਾਲ ਮੈਨੂੰ ਪਰਮਾਨੰਦ ਪ੍ਰਾਪਤ ਹੋ ਗਿਆ। ਚੌਪਈ ਇਸ ਵਿਦ ਪੰਡਤ ਪਿੰਡੀ ਲਾਲ। ਹੁਣ ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਸਾਰੇ ਬੈਠੇ ਹੋਏ ਸਨ ਪੰਡਤ ਪਿੰਡੀ ਲਾਲ ਜੀ, ਵਿਧੀ ਚੰਦ ਨੰਦ ਲਾਲ ਗੋਪਾਲ। ਇਹ ਸਾਰੇ ਕਵੀ ਨੇ, ਭਾਈ ਵਿਧੀ ਚੰਦ ਜੀ, ਨੰਦ ਲਾਲ ਜੀ, ਗੋਪਾਲ ਜੀ, ਖਾਨ ਚੰਦ ਅਰ ਆਲਮ ਸ਼ਾਹੂ ਤੇ ਖਾਨ ਚੰਦ ਤੇ ਕਵੀ ਆਲਮ ਜੀ, ਸਾਧ ਮਦਨ ਗਿਰ ਸੁਨਤ ਉਮਾਹੂ। ਤੇ ਉਹਨਾਂ ਨੇ ਜਦੋਂ ਇਹ ਬਚਨ ਸੁਣੇ ਮਨ ਦੇ ਵਿੱਚ ਬੜਾ ਉਤਸ਼ਾਹ ਜਾਗਿਆ ਵੀ ਅਸੀਂ ਵੀ ਹੁਣ ਪੜ੍ਹਿਆ ਕਰਾਂਗੇ। ਹੁਣ ਸਾਡੇ ਤੇ ਵੀ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਅਸੀਂ ਵੀ ਪੜ੍ਹਿਆ ਕਰੀਏ ਗੁਰਬਾਣੀ ਵੱਧ ਤੋਂ ਵੱਧ। ਜੇ ਸਾਡੇ ਮਨ ਦੇ ਵਿੱਚ ਜਿਹੜੀਆਂ ਮਨੋਕਾਮਨਾਵਾਂ ਨੇ ਉਹਦੇ ਵਾਸਤੇ ਪੜ੍ਹ ਲਈਏ ਤੇ ਕੋਈ ਮਾੜੀ ਗੱਲ ਨਹੀਂ। 2 ਪਾਠ ਹੀ ਕਰ ਲਿਆ ਕਰੀਏ। ਗੁਰਸੰਗਤ ਦੇ ਵਿੱਚ ਬੈਠਿਆਂ ਆਪਾਂ ਕਹਿੰਦੇ ਰੋਜ਼ਾਨਾ ਸੰਗਤ ਕਰਨੀ, ਇਸੇ ਤਰ੍ਹਾਂ ਹੀ ਮਨ ਜਿਹੜਾ ਉਮਕ ਪੈਂਦਾ ਤੇ ਮਨ ਦੇ ਵਿੱਚ ਚਾਹ ਪੈਦਾ ਹੋ ਜਾਂਦਾ ਹੈ। ਸ਼ੁਭ ਇੱਛਾ ਸ਼ੁਭ ਵਿਚਾਰਨਾ ਇਹ ਮਨ ਦੇ ਵਿੱਚ ਆ ਜਾਂਦਾ ਹੈ। ਮਨ ਦੇ ਵਿਚਾਰ ਚੰਗੇ ਹੋ ਜਾਂਦੇ, ਮਨ ਦੀਆਂ ਵਿਚਾਰਾਂ ਚੰਗੀਆਂ ਹੋ ਜਾਂਦੀਆਂ ਨੇ ਤੇ ਸ਼ੁਭ ਇੱਛਾ ਪੈਦਾ ਹੋ ਜਾਂਦੀ ਹੈ ਵੀ ਮੈਂ ਬਾਣੀ ਪੜ੍ਹਿਆ ਕਰਾਂਗਾ, ਮੈਂ ਹੁਣ ਮਾੜੇ ਕੰਮ ਨਹੀਂ ਕਰਾਂਗਾ। ਦੋਹਰਾ ਮਾਨਿਓ ਗੁਰ ਤੇ ਰਾਤ ਕੋ ਉੱਡਿਓ ਵਿਹੰਗਮ ਭਾਂਤ। ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਿ ਹੁਣ ਫੇਰ ਬ੍ਰਿਜ ਲਾਲ ਜਿਹੜਾ ਨਾ ਸਭਾ ਵਿੱਚ ਬੋਲਦਾ ਕਿ ਮੈਂ ਰਾਤ ਨੂੰ ਸੁਪਨੇ ਵਿੱਚ ਜਦ ਪੰਛੀ ਵਾਂਗ ਉੱਡ ਕੇ ਤੇ ਉੱਥੇ ਪਹੁੰਚਿਆ। ਭੇਟਿਓ ਪੁਰਖ ਪੂਰਨਤਾ ਪੁੱਛਿਓ ਪੁਨ ਕੋ ਸ਼ਾਂਤ। ਕਹਿੰਦੇ ਮੈਂ ਪੂਰਨ ਪੁਰਖ ਦੇ ਨਾਲ ਜਦੋਂ ਮੇਰਾ ਮਿਲਾਪ ਹੋਇਆ ਨਾ ਮੈਂ ਉੱਥੇ ਫਿਰ ਇਹ ਸਾਰਾ ਕੁਝ ਪੁੱਛਿਆ। 3 ਵਾਰ ਗੁਰ ਇਵ ਕਹੀ ਇਹ ਜਪ ਰਤਨ ਅਮੋਲ। ਤੇ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਇਹ ਬਚਨ ਕੀਤੇ ਗੁਰਮੁਖਾ ਇਹ ਜਿਹੜਾ ਜਪਜੀ ਸਾਹਿਬ ਹੈ ਨਾ ਇਹ ਬਹੁਤ ਅਮੋਲਕ ਰਤਨ ਹੈ। ਜਾਂ ਤੇ ਮੁਝ ਕੋ ਭੇਟਿਓ ਇਹੀ ਅੰਤ ਕੋ ਜੋਲ। ਇਸ ਕਰਕੇ ਇਹ ਮੈਨੂੰ ਭੇਟਾ ਕਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਏਕੋ ਓੰਕਾਰ ਕਹੋ ਪੁਨ ਸਤਿਗੁਰੂ ਪ੍ਰਸਾਦ। ਇੱਕ ਓੰਕਾਰ ਦੇ ਨਾਲ ਸਤਿਗੁਰ ਪ੍ਰਸਾਦ। ਸਤਿਨਾਮ ਕਰਤਾ ਪੁਰਖ ਜਪੈ ਜਪ ਅਹਿਲਾਦ। ਤੇ ਇੱਕ ਓੰਕਾਰ ਤੋਂ ਲੈ ਕੇ ਜਾਂ ਸਤਿਨਾਮ ਕਰਤਾ ਪੁਰਖ ਤੇ ਗੁਰ ਪ੍ਰਸਾਦ ਤੱਕ ਇਹ ਜਿਹੜਾ ਮੂਲ ਮੰਤਰ ਹੈ। ਜਪੇ ਜਾਪ ਤਨ ਤਾਪ ਖਪ ਆਰਬਲਾ ਵੱਧ ਜਾਏ।
ਜੇ ਭਾਈ ਕੋਈ ਜਾਪ ਕਰੇਗਾ ਤੇ ਤਨ ਦੇ ਜਿਹੜੇ ਤਾਪ ਨੇ ਉਹ ਮਿਟ ਜਾਣਗੇ। ਕਈ ਤਰ੍ਹਾਂ ਦਾ ਮਨ ਦੇ ਵਿੱਚ ਜਿਹੜੇ ਵਿਆਧ ਨੇ ਉਹ ਮਿਟ ਜਾਣਗੇ, ਬਿਮਾਰੀਆਂ ਖਤਮ ਹੋ ਜਾਣਗੀਆਂ। ਮਨ ਜਿਹੜਾ ਹੈ ਉਹ ਚੈਨ ਦੇ ਵਿੱਚ ਆ ਜਾਏਗਾ, ਸ਼ਾਂਤੀ ਦੇ ਵਿੱਚ ਆ ਜਾਏਗਾ, ਅਡੋਲਤਾ ਆਏਗੀ, ਅਰਬਲਾ ਵੱਧ ਜਾਏਗੀ। ਕਰਹਿ ਕਾਮਨਾ ਜਥਾ ਉਰ ਤਥਾ ਜਾਪਤੇ ਪਾਏ। ਜਿਵੇਂ ਜਿਵੇਂ ਕੋਈ ਜਾਪ ਕਰਦਾ ਜਾਏਗਾ ਜਪਜੀ ਸਾਹਿਬ ਦਾ, ਮੂਲ ਮੰਤਰ ਦਾ, ਗੁਰਮੰਤਰ ਦਾ, ਉਸੇ ਤਰ੍ਹਾਂ ਹੀ ਫਿਰ ਉਹਦੀ ਕਾਮਨਾ ਜੋ ਉਹਦੇ ਮਨ 'ਚ ਪੁਰਨਾ ਆ ਗਿਆ ਪੂਰਾ ਹੋ ਜਾਏਗਾ। ਨਾਰੀ ਸੁਧ ਕੇ ਕਾਰਨੇ ਅਖਰ ਜਪ ਅਰਦੈਨ। ਜੇਕਰ ਕਹਿੰਦੇ ਨੇ ਪੁਨਾ ਪੁੱਤਰ ਨਿਮਿਤ ਇਸਤਰੀ ਜਪ ਕਰੇ ਆਪਣੇ ਮੁਖ ਦੇ ਨਾਲ, ਸਕਲ ਕਾਮ ਸਾਧਨ ਸਿਧੈ ਸਾਧ ਕਸੁਖ ਬਹੁ ਚੈਨ। ਸਾਰੇ ਸਾਧਨ ਤੇ ਕਾਮਨਾ ਸਿੱਧ ਹੋ ਜਾਣਗੇ। ਦੋਹਰਾ ਸ੍ਰੀ ਗੁਰੂ ਅਰਜਨ ਬਚਨ ਜਬ ਸੁਨਿਓ ਸਿੱਖ ਸੁਖ ਦਾਏ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਜਦੋਂ ਸੁਣਿਆ ਸਿੱਖਾਂ ਨੇ ਤਾਂ ਦਿਨ ਦੇ ਘਰ ਸੁਰ ਪੜੈ ਮਿਟਿਓ ਦੁਖ ਕੋ ਪਾਏ। ਜਦੋਂ ਪਤਾ ਲੱਗ ਗਿਆ ਭਾਈ ਕਿ ਜਿਹੜੇ ਸਿੱਖ ਨੂੰ ਐਸਾ ਕੁਝ ਚੰਬੜ ਗਿਆ ਸੀ, ਜਾਂ ਉਹ ਕਹਿ ਲਓ ਕਿ ਕੋਈ ਇਹਦਾ ਜਪ ਨਹੀਂ ਸੀ, ਤਪ ਨਹੀਂ ਸੀ, ਕੱਚੇ ਸਿੱਖ ਹੁੰਦੇ ਨੇ ਜਿਹੜੇ ਨਾਮ ਦੇ ਸਿੱਖ, ਬਾਣੀ ਪੜ੍ਹਦੇ ਨਹੀਂ, ਨਿਤਨੇਮ ਕਰਦੇ ਨਹੀਂ, ਤੇ ਉਹ ਵੀ ਸਿੱਖ ਜਦੋਂ ਖਵਾਉਂਦੇ ਨੇ ਨਾ ਮਾਫ ਕਰਨਾ, ਤੇ ਉਹ ਕਹਿੰਦੇ ਨੇ ਕਿ ਸਾਡੇ ਕੋਲ ਸਾਨੂੰ ਆਹ ਹੋ ਗਿਆ, ਸਾਨੂੰ ਆਹ ਹੋ ਗਿਆ, ਮਾਨਸਿਕ ਤੌਰ ਤੇ ਪਰੇਸ਼ਾਨ ਹੋ ਜਾਂਦੇ ਨੇ। ਸੋ ਇਸੇ ਤਰ੍ਹਾਂ ਹੀ ਗੁਰਮੁਖ ਪਿਆਰਿਓ, ਜਿਵੇਂ ਕਦੇ ਕੋਈ ਚੜ੍ਹਾਈ ਕਰ ਜਾਂਦਾ ਪਿੰਡਾਂ ਖੰਡਾਂ ਦੇ ਵਿੱਚ, ਜਾਂ ਕਿਤੇ ਹੋਰ ਸਾਡਾ ਜਿਹੜਾ ਜੀਵਨ ਕਿਹੋ ਜਿਹਾ ਬਣਿਆ ਹੋਇਆ, ਭਾਈ ਉਹ ਫਲਾਨਾ ਚੜ੍ਹਾਈ ਕਰ ਗਿਆ ਤੇ ਉਹ ਫਲਾਨੇ ਦੇ ਵਿੱਚ ਆ ਗਿਆ, ਉਹਦੇ ਘਰ ਪਰਿਵਾਰ ਦੇ ਵਿੱਚ ਮਾਨਸਿਕ ਤੌਰ ਤੇ ਦੁਖੀ ਸੀ, ਅੰਦਰ ਤੇ ਪਹਿਲਾਂ ਦੁੱਖ ਨੇ, ਤੇ ਕਦੇ ਵਾਹਿਗੁਰੂ ਵੀ ਨਹੀਂ ਕੀਤਾ, ਕਦੇ ਗੁਰਦੁਆਰਾ ਸਾਹਿਬ ਵੀ ਨਹੀਂ ਗਏ, ਫਿਰ ਕਹਿੰਦੇ ਜੀ ਉਹਨੂੰ ਫਲਾਨੇ ਨੂੰ ਆ ਕੇ ਚਿੰਬੜ ਗਿਆ। ਇਹ ਆਮ ਗੱਲਾਂ ਅਸੀਂ ਦੇਖਦੇ ਹਾਂ। ਉਹ ਗੁਰਮੁਖ ਪਿਆਰੇ ਜਿਹੜੇ ਅਧੋਗਤ ਹੁੰਦੇ ਨੇ, ਜਿਨ੍ਹਾਂ ਦੀ ਗਤੀ ਨਹੀਂ ਹੁੰਦੀ, ਅੱਗੇ ਉਹਨਾਂ ਨੂੰ ਕੋਈ ਰਸਤਾ ਨਹੀਂ ਮਿਲਦਾ, ਉਹ ਇੱਥੇ ਹੀ ਤੁਰੇ ਫਿਰਦੇ ਨੇ। ਅਕਸਰ ਹੀ ਕਹਿੰਦੇ ਗਿਆਨੀ ਸੰਤ ਸਿੰਘ ਜੀ ਮਸਕੀਨ, ਉਹ ਵੀ ਆਪਣੀ ਕਥਾ ਦੇ ਵਿੱਚ ਕਿਹਾ ਕਰਦੇ, ਕਹਿੰਦੇ ਗੁਰਮੁਖੋ ਜਿੰਨੀ ਆ ਦੁਨੀਆ ਦਿਖਾਈ ਦਿੰਦੀ ਨਾ, ਇਹਦੇ ਨਾਲ ਤਿੱਗਣੀ ਦੁਨੀਆ ਜਿਹੜੀ ਅਦ੍ਰਿਖ ਦੁਨੀਆ, ਜਿਹੜੀਆਂ ਡਿੱਠੀ ਦੁਨੀਆ ਤੁਰੀ ਫਿਰਦੀ, ਜਿਨ੍ਹਾਂ ਦੀ ਕੋਈ ਗਤੀ ਨਹੀਂ, ਜਿਨ੍ਹਾਂ ਕੋਲ ਨਾਮ ਨਹੀਂ ਜਪਿਆ, ਪੁੰਨ ਨਹੀਂ ਕੀਤਾ, ਇਸੇ ਤਰ੍ਹਾਂ ਤੁਰੇ ਫਿਰਨਾ ਉਹਨਾਂ ਨੇ। ਤੇ ਕਹਿੰਦੇ ਹੁਕਮੇ ਹੀ ਜਮ ਲੱਗਦਾ, ਹੁਕਮ ਦੇ ਨਾਲ ਹੀ ਭਾਈ ਜਿਹੜੇ ਫਿਰ ਬਾਣੀ ਪੜ੍ਹਦੇ ਨਹੀਂ, ਸਿਮਰਨ ਕਰਦੇ ਨਹੀਂ, ਫਿਰ ਉਹਨਾਂ ਨੂੰ ਜਾ ਕੇ ਚਿੰਬੜਨਾ ਉਹਨਾਂ ਨੇ। ਤੇ ਜਿਹੜੇ ਨਾਮ ਜਪਦੇ ਨੇ, ਬਾਣੀ ਪੜ੍ਹਦੇ ਨੇ, ਭਾਈ ਜਪਜੀ ਸਾਹਿਬ ਦਾ ਜਪ ਜਿਹਨੂੰ ਕੰਠ ਹੈ, ਕਹਿੰਦੇ ਉਹਦੇ ਲਾਗੇ ਕੋਈ ਭੂਤ ਪ੍ਰੇਤ ਜੰਤਰ ਮੰਤਰ ਤੰਤਰ ਕੁਝ ਨਹੀਂ ਉਹਨੂੰ ਹੋਣਾ। ਇਸੇ ਤਰ੍ਹਾਂ ਇਹ ਗੁਰਮੁਖ ਪਿਆਰਿਓ, ਜਦੋਂ ਉਹ ਸਿੱਖ ਸੀ ਨਾ ਜਿਹੜਾ ਬਿਮਾਰ ਸੀ, ਤੇ ਉਹਦੇ ਕੋਲ ਸਿੱਖ ਨੇ ਜਾ ਕੇ ਸੁਰ ਦੇ ਨਾਲ ਕਹਿੰਦੇ ਜਪਜੀ ਸਾਹਿਬ ਪੜ੍ਹਿਆ ਉੱਚੀ ਉੱਚੀ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਜੇਲ੍ਹ ਚਿੱਠੀਆਂ ਉਹਨਾਂ ਦਾ ਜੀਵਨ ਆ, ਤੇ ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਲਿਖੀ, ਜਿਹੜਾ ਕਹਿੰਦੇ ਲਿਖਿਆ ਨਾ ਕਵੀਰਾਜ ਭਾਈ ਸੰਤੋਖ ਸਿੰਘ ਨੇ, ਵੀ ਇਹਦੇ ਨਾਲ ਬੁਖਾਰ ਵੀ ਚਲਿਆ ਜਾਂਦਾ। ਇਹ ਗੱਲ ਬਿਲਕੁਲ ਸੱਚ ਆ। ਕਹਿੰਦੇ ਮੈਨੂੰ ਬੁਖਾਰ ਹੋ ਗਿਆ ਬਹੁਤ ਜ਼ਿਆਦਾ, ਤੇ ਮਨ ਦੇ ਵਿੱਚ ਦ੍ਰਿੜ ਨਿਸ਼ਚਾ ਸੀ ਕਿ ਗੁਰਬਾਣੀ, ਆਪਾਂ ਕਹਿੰਦੇ ਆ ਨਾ ਕਿ ਗੁਰਬਾਣੀ ਸਾਡੇ ਵਾਸਤੇ ਸਭ ਤੋਂ ਵੱਡਾ ਇਲਾਜ ਹੈ। ਸੰਤੋ ਇਹ ਬਤਾਓ ਕਾਰੀ ਜਿਤ ਹਉ ਮੈਂ ਗਰਭ ਨਿਵਾਰੀ, ਸਤਿਗੁਰੂ ਜੀ ਗੁਰਬਾਣੀ ਵਿੱਚ ਵੀ ਬਖਸ਼ਿਸ਼ ਕਰਦੇ। ਇਹ ਗੁਰਬਾਣੀ ਰਾਹੀਂ ਸਾਡੇ ਸਰੀਰ ਦਾ ਇਲਾਜ ਹੋ ਜਾਂਦਾ। ਗੁਰਬਾਣੀ ਤੇ ਸਾਨੂੰ ਸੱਚਖੰਡ ਵਿੱਚ ਲੈ ਜਾਂਦੀ, ਸਰੀਰ ਦੀ ਕਿਹੜੀ ਗੱਲ, ਪਰ ਕਹਿੰਦੇ ਉਹ ਕਰਨ ਵਾਲਾ ਹੋਵੇ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਕਹਿੰਦੇ ਕਿ ਜਦੋਂ ਮੈਨੂੰ ਬੁਖਾਰ ਹੋਇਆ, ਮਨ ਹੀ ਮਨ ਮੈਂ ਨਾਲੇ ਅਰਦਾਸ ਕਰਾਂ ਤੇ ਨਾਲੇ ਜਪਜੀ ਸਾਹਿਬ ਦਾ ਪਾਠ ਕਰਾਂ ਕਿ ਸੱਚੇ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰੋ। ਕਹਿੰਦੇ ਮੈਂ ਜਪਜੀ ਸਾਹਿਬ ਦਾ ਪਾਠ ਕਰਦਾ ਰਿਹਾ, ਬੁਖਾਰ ਨੇ ਜ਼ੋਰ ਪਾ ਕੇ ਤੇ ਫਿਰ ਮੈਨੂੰ ਉਹ ਬੁਖਾਰ ਉਤਰ ਗਿਆ। ਸ਼ਾਮ ਤੱਕ ਬਿਲਕੁਲ ਮੈਂ ਠੀਕ ਹੋ ਗਿਆ। ਜਿੱਥੇ ਬਹੁਤ ਜ਼ਿਆਦਾ ਬੁਖਾਰ ਸੀ, ਤਾਪ ਚੜਿਆ ਹੋਇਆ ਸਰੀਰ। ਇਸ ਤਰ੍ਹਾਂ ਗੁਰਮੁਖੋ ਸ਼ਰਧਾ ਦੀਆਂ ਗੱਲਾਂ ਜਿਨ੍ਹਾਂ ਨੇ ਵਿਸ਼ਵਾਸ ਕੀਤਾ, ਉਹ ਫਿਰ ਸੁਰ ਦੇ ਨਾਲ ਪੜ੍ਹਿਆ ਜਾ ਕੇ ਜਪਜੀ ਸਾਹਿਬ ਉਹਦੇ ਘਰ ਦੇ ਵਿੱਚ ਜਾ ਕੇ ਗੁਰਸਿੱਖ ਨੇ, ਤੇ ਉਹ ਜਿਹੜਾ ਦੂਸਰਾ ਸੀ ਮਨੁੱਖ, ਉਹ ਬਿਲਕੁਲ ਤੰਦਰੁਸਤ ਹੋ ਗਿਆ, ਠੀਕ ਹੋ ਗਿਆ। ਅਬ ਸੁਨੀਏ ਇੱਕ ਜਪ ਪੜੈ ਸਤਿਗੁਰ ਸਿੱਖ ਕੇ ਸੰਗ,
ਇਸੇ ਤਰ੍ਹਾਂ ਗੁਰਮੁਖੋ ਜਿਹੜਾ ਸੱਚੇ ਪਾਤਸ਼ਾਹ ਦਾ ਜਾਰਾ ਜਪਜੀ ਸਾਹਿਬ ਦਾ ਪਾਠ ਨਹੀਂ ਕਰ ਸਕਦਾ, ਰੋਜ਼ਾਨਾ ਇੱਕ ਪਾਠ ਨੇਮ ਦੇ ਨਾਲ ਕਰਦਾ ਹੈ। ਭੁਗਤ ਮੁਕਤ ਬਖਸ਼ੀ ਗੁਰੂ ਦਰਗਹਿ ਜਾਹਿਨ ਸੰਗ। ਉਹਦੀ ਇੱਛਾ ਵੀ ਪੂਰੀ ਹੁੰਦੀ ਹੈ ਤੇ ਉਹਨੂੰ ਸੱਚੇ ਪਾਤਸ਼ਾਹ ਜੀ ਸਦਾ ਆਪਣੇ ਅੰਗ ਸੰਗ ਰੱਖਦੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਸਦਾ ਅੰਗ ਸੰਗ ਰਹਿੰਦੇ ਹਨ। ਸਭ ਪਰ ਸੰਗ ਕੇ ਅੰਤ ਮਹਿ ਕਹਿ ਦਸਵੇਂ ਪਾਤਸ਼ਾਹ। ਤੇ ਜਦੋਂ ਇਹ ਸਾਰੀ ਗੱਲਬਾਤ ਹੋ ਗਈ, ਹੁਣ ਜਪਜੀ ਸਾਹਿਬ ਦੀ ਵਿਚਾਰ ਹੋਈ ਤੇ ਕਰਦਿਆਂ ਕਰਦਿਆਂ ਫਿਰ ਸੱਚੇ ਪਾਤਸ਼ਾਹ ਜੀ ਅੰਤ ਵਿੱਚ ਕਿਹਾ, ਕਰਿਓ ਨੇਮ ਨਿਤ ਜਪ ਪੜੇ ਸਭ ਬੈ ਲਗ ਨਿਰਬਾਹ। ਭਾਈ ਜਿਹੜਾ ਗੁਰਸਿੱਖ ਆ, ਕਈ ਵਾਰੀ ਕੀ ਹੁੰਦਾ, ਸਾਡਾ ਸਰੀਰ ਦੇ ਵਿੱਚ ਲਿਆਈ ਆ ਜਾਂਦੀ, ਸਰੀਰ ਡਿੱਗ ਪੈਂਦਾ ਤੇ ਨਿਤਨੇਮ ਇਸ ਤਰ੍ਹਾਂ ਲੱਗਦਾ ਹੈ ਕਿ ਨਿਤਨੇਮ ਵੀ ਨਹੀਂ ਹੋਣਾ। ਸਰੀਰ ਕਈ ਵਾਰੀ ਪੀੜਾ ਹੁੰਦੀ ਸਰੀਰ ਦੇ ਜਾਂ ਕੁਝ ਹੋ ਜਾਂਦਾ, ਕਹਿੰਦੇ ਕਿਵੇਂ ਨਾ ਕਿਵੇਂ ਇੱਕ ਜਪਜੀ ਸਾਹਿਬ ਦਾ ਪਾਠ ਤੇ ਰੋਜ਼ਾਨਾ ਕਰੇ ਗੁਰਸਿੱਖ। ਜੇ ਸਵੇਰੇ ਨਹੀਂ ਹੋ ਸਕਿਆ, ਸਰੀਰ ਇੰਨਾ ਢਲਿਆਈ ਦੇ ਵਿੱਚ ਆ ਕਿ ਸੁਰਤ ਹੀ ਨਹੀਂ ਸਰੀਰ ਨੇ ਕੀਤੀ, ਕਹਿੰਦੇ ਜਦੋਂ ਵੀ ਉਹਨੂੰ ਇਸ਼ਨਾਨ ਪਾਣ ਕਰਕੇ ਇੱਕ ਪਾਠ ਜਪਜੀ ਸਾਹਿਬ ਦਾ ਜ਼ਰੂਰ ਕਰੇ। ਜ਼ਿੰਦਗੀ ਦੇ ਵਿੱਚ ਇਹ ਨਿਯਮ ਬਣਾ ਲਏ ਗੁਰਸਿੱਖ ਕਿ ਜਪਜੀ ਸਾਹਿਬ ਦਾ ਪਾਠ ਕਰਨਾ ਹੀ ਕਰਨਾ। ਜਦੋਂ ਤੱਕ ਇਹ ਸਾਡੀ ਜ਼ਿੰਦਗੀ ਹੈ, ਜਪਜੀ ਸਾਹਿਬ ਦਾ ਨਿਰਵਾਹ ਸਿੱਖ ਦੇ ਵਾਸਤੇ ਜ਼ਰੂਰੀ ਹੈ। ਆਤਮ ਦਰਸੀ ਕੀ ਗਤੀ ਪ੍ਰਾਪਤ ਤਿਸ ਕੋ ਹੋਏ। ਤੇ ਜਿਹੜਾ ਨਿਯਮ ਦੇ ਨਾਲ ਜਪਜੀ ਸਾਹਿਬ ਦਾ ਪਾਠ ਕਰਦਾ ਰਹੇਗਾ ਉਹ ਗੁਰਸਿੱਖ ਆਤਮਦਰਸ਼ੀ ਹੋ ਜਾਏਗਾ। ਉਹਨੂੰ ਅੰਦਰਲਾ ਗਿਆਨ ਜਿਹੜਾ ਪੁਰਨਾ ਸ਼ੁਰੂ ਹੋ ਜਾਏਗਾ। ਰਹਿ ਸੰਗ ਤੇ ਸਤਿਗੁਰੂ ਪਾਏ ਸਹਾਇਕ ਸੋਏ। ਭਾਵੇਂ ਕਿ ਉਹਨੂੰ ਨਾ ਪਤਾ ਲੱਗਦਾ ਹੋਵੇ, ਪਰ ਕਹਿੰਦੇ ਉਹਦੇ ਨਾਲ ਸੱਚੇ ਪਾਤਸ਼ਾਹ ਜੀ ਅੰਗ ਸੰਗ ਰਹਿੰਦੇ ਹਨ ਸਦਾ। ਜਿਉ ਧੰਨੇ ਕੀ ਦੇਨ ਕੋ ਠਾਕੁਰ ਚਾਰੇ ਨਿਤ। ਤੇ ਧੰਨਾ ਜਪ ਕਰਦਾ ਸੀ, ਧੰਨਾ ਭਗਤੀ ਕਰਦਾ ਸੀ ਤੇ ਉਹਦੇ ਕਹਿੰਦੇ ਧੇਨ, ਉਹਦੀਆਂ ਮੱਝਾਂ, ਉਹਦੀਆਂ ਗਾਵਾਂ ਠਾਕੁਰ ਚਾਰਦਾ ਸੀ ਰੋਜ਼ਾਨਾ ਹੀ, ਕਿਉਂਕਿ ਉਹ ਪਿਆਰ ਦੇ ਵਿੱਚ ਬੈਠਾ ਉਹਦਾ ਜਪ ਕਰੀ ਜਾ ਰਿਹਾ, ਉਹਦਾ ਮਿੱਤਰ ਬਣ ਗਿਆ। ਹੁਣ ਜਦੋਂ ਸਖਾ ਬਣ ਜਾਏਗਾ ਤੁਹਾਡਾ ਉਹ ਅਕਾਲ ਪੁਰਖ ਵਾਹਿਗੁਰੂ, ਕਹਿੰਦੇ ਫਿਰ ਕਰ ਪ੍ਰਤੀਤ ਨਿਤ ਜਾਪੜੇ ਤਿਮ ਤੇ ਸਤਿਗੁਰ ਮਿੱਤ। ਜਿਹੜਾ ਪ੍ਰੀਤ ਕਰਕੇ ਪ੍ਰਤੀਤ ਕਰਕੇ ਜਾਣੇਗਾ ਨਾ ਕਿ ਜਪਜੀ ਸਾਹਿਬ ਦਾ ਪਾਠ ਮੈਂ ਕਰਨ ਲੱਗਾ ਤੇ ਇਸ ਤਰ੍ਹਾਂ ਮੰਨੇ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਮੇਰੇ ਕੋਲ ਹੀ ਵਾਂਗ ਸੰਗ ਹੋ, ਮੈਂ ਤੁਹਾਨੂੰ ਇਹ ਬਾਣੀ ਸੁਣਾਉਣੀ, ਤੁਸੀਂ ਹਾਜ਼ਰ ਨਾਜ਼ਰ ਹੋ। ਇੱਕ ਪਾਠ ਇਵੇਂ ਕਰਨਾ, ਇਸ ਤਰ੍ਹਾਂ ਨਹੀਂ ਵੀ ਕਰ ਬੋਲ ਲਿਆ ਗੁਟਕਾ ਸਾਹਿਬ ਤੇ ਪਤਾ ਹੀ ਨਹੀਂ ਲੱਗਾ, ਬਿਲਕੁਲ ਧਿਆਨ ਦੇ ਨਾਲ ਇਸ ਤਰ੍ਹਾਂ ਜਾਣਨਾ ਭੈ ਭਾਵਨੀ ਦੇ ਨਾਲ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੁਸੀਂ ਮੇਰੇ ਕੋਲ ਬੈਠੇ ਹੋਏ ਹੋ, ਤੁਸੀਂ ਸੁਣ ਰਹੇ ਹੋ। ਜਦੋਂ ਫਿਰ ਕਹਿੰਦੇ ਇਸ ਤਰ੍ਹਾਂ ਕਰੇਗਾ ਨਾ, ਫਿਰ ਕਹਿੰਦੇ ਮਿੱਤਰ ਬਣ ਜਾਣਗੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ। ਜਿਵੇਂ ਸਖਾ ਹੁੰਦਾ, ਇਹ ਸਖਾ ਭਗਤੀ ਦੇ ਵਿੱਚ ਆ ਜਾਂਦਾ। ਇੱਕ ਆਪਣਾ ਇਸ਼ਟ ਨੂੰ ਆਪਣੇ ਪਿਤਾ ਸਮਾਨ ਮੰਨ ਲੈਣਾ ਤੇ ਕਹਿੰਦੇ ਜਾਂ ਫਿਰ ਕਹਿੰਦੇ ਆਪਣਾ ਸਖਾ ਮੰਨ ਲੈਣਾ ਜਾਂ ਆਪਣਾ ਮਾਲਕ ਮੰਨ ਲੈਣਾ। ਇਹ ਜਿਹੋ ਜਿਹੀ ਭਗਤੀ ਮਨ ਦੇ ਵਿੱਚ ਉਤਪੰਨ ਹੋ ਜਾਏ ਉਹੋ ਜਿਹੀ ਫਿਰ ਬਣੀ ਰਹਿੰਦੀ। ਇਸੇ ਤਰ੍ਹਾਂ ਹੀ ਜਿਹੜਾ ਕੋਈ ਜਪਜੀ ਸਾਹਿਬ ਦਾ ਪਾਠ ਬੜੀ ਗੁਰਤੀਤੀ ਭੈ ਭਾਵਨੀ ਦੇ ਨਾਲ ਕਰਦਾ ਗੁਰਮੁਖੋ, ਸੱਚੇ ਪਾਤਸ਼ਾਹ ਜੀ ਉਹਦੇ ਮਿੱਤਰ ਬਣ ਜਾਣਗੇ। ਪੜ੍ਹੈ ਸੁਣੈ ਚਿਤ ਲਾਇਕੈ ਜੋ ਲਿਖ ਦੇ ਸਭ ਰੀਤ। ਪੜ੍ਹਦਾ ਹੈ ਜਾਂ ਸੁਣਦਾ ਹੈ, ਦੋਨਾਂ ਦੇ ਵਿੱਚ ਕਹਿੰਦੇ ਦੋਨਾਂ ਦਾ ਫਲ ਬਰਾਬਰ ਹੈ। ਜਾਂ ਕਹਿੰਦੇ ਪ੍ਰਤੀਤੀ ਲਾ ਕੇ ਲਿਖ ਦੇਵੇ। ਮਨ ਚਿੰਤਤ ਫਲ ਪਾਏਗਾ ਤਰ ਹੈ ਸੁਖ ਪੈ ਭੀਤ। ਸੁੱਖਾਂ ਦੀ ਪ੍ਰਾਪਤੀ ਹੁੰਦੀ ਭਵ ਸਾਗਰ ਤੋਂ ਗੁਰਸਿੱਖ ਤਰ ਜਾਂਦਾ ਹੈ। ਭੇਟਾ ਕਰ ਉਪਦੇਸ਼ ਗੁਰ ਤਬੀ ਫਲੈ ਗੁਰ ਸਿੱਖ। ਇਸੇ ਤਰ੍ਹਾਂ ਹੀ ਕਹਿੰਦੇ ਇਹ ਜਪਜੀ ਸਾਹਿਬ ਦਾ ਜਿਹੜਾ ਪਾਠ ਹੈ ਉਹ ਇਹ ਜਿਹੜਾ ਗੁਰਸਿੱਖ ਹੈ ਭਾਈ, ਉਹ ਜਦੋਂ ਸੱਚੇ ਪਾਤਸ਼ਾਹ ਦਾ ਐਂ ਤਨ ਮਨ ਹੋ ਕਰਕੇ ਜਪ ਕਰੇਗਾ ਤੇ ਉਹਦਾ ਫਲੇਗਾ। ਜਥਾ ਸ਼ਬਦ ਜਪ ਕੋ ਜਪੈ ਸਿੱਧ ਹੋਏ ਗੁਰਮੁਖ। ਤੇ ਇਹ ਨਹੀਂ ਕਿ
ਆਪਣੇ ਕੰਮ ਜਿਹੜੇ ਛੱਡ ਦੇਣੇ ਨੇ। ਜੇ ਕੰਠ ਨਹੀਂ ਜਪਜੀ ਸਾਹਿਬ ਤੇ ਜਿੰਨੇ ਕੁ ਪਾਠ ਹੁੰਦੇ ਉਹਨੇ ਕੁ ਕਰ ਲੈਣੇ। ਜੇ ਸਮਾਂ ਹੁਣ ਖੇਤੀ ਦਾ ਹੋ ਗਿਆ, ਦੁਕਾਨ ਦਾ ਹੋ ਗਿਆ, ਭਾਈ ਉੱਤੇ ਆਪਣੀ ਕਿਰਤ ਵੀ ਕਰਨੀ, ਜਥਾ ਸ਼ਕਤ ਕਰਨਾ, ਭਾਵ ਜਿੰਨਾ ਕੁ ਸਰੀਰ ਮੰਨੇ। ਇਹ ਨਹੀਂ ਪਹਿਲੇ ਦਿਨ ਹੀ ਉਤਸ਼ਾਹ ਆ ਗਿਆ ਮਨ ਦੇ ਵਿੱਚ ਵੀ ਅੱਜ ਹੀ ਲੱਗ ਜਾਣਾ, ਅੱਜ ਮੈਂ 50 ਪਾਠ ਕਰਕੇ ਹੀ ਉਠਾਂਗਾ, ਤੇ ਅਗਲੇ ਦਿਨ ਇੱਕ ਵੀ ਨਾ ਹੋਵੇ। ਇਵੇਂ ਦਾ ਨੇਮ ਨਹੀਂ ਕਰਨਾ। ਨੇਮ ਭਾਵ ਕਿ ਐਸਾ ਨੇਮ ਭਾਵ ਜਿਹੜਾ ਤੁਸੀਂ ਅਗਲੇ ਦਿਨ ਵੀ ਕਰ ਸਕੋ। ਇੱਕ ਮਹੀਨਾ ਜਿਹੜਾ ਨੇਮ ਕਰਨਾ ਉਹ ਤੁਹਾਡਾ ਉਹੀ ਹੋਣਾ ਚਾਹੀਦਾ। ਜੇ 2 ਪਾਠ ਸ਼ੁਰੂ ਕੀਤੇ ਨੇ ਤਾਂ 1 ਮਹੀਨਾ 2 ਪਾਠ ਹੀ ਕਰੀ ਜਾਣੇ। 1 ਮਹੀਨੇ ਤੋਂ ਬਾਅਦ ਆਪਣੇ ਆਪ ਅਰਦਾਸ ਕਰਕੇ ਰੂਟੀਨ ਉਹ ਅੱਗੇ ਜਿਵੇਂ ਹੋਰ ਕਰ ਲੈਣੀ, ਹੁਣ ਮੈਂ ਚਾਲ ਕਰਾਂਗਾ। ਇਸ ਤਰ੍ਹਾਂ ਮਨ ਦੇ ਵਿੱਚ ਜਿਹੜੀ ਆਪਣੀ ਨਿੱਜ ਭਗਤੀ ਜਿਵੇਂ ਜਿਵੇਂ ਕਿਸੇ ਨੂੰ ਵਿਧੀ ਸੱਚੇ ਪਾਤਸ਼ਾਹ ਜੀ ਆਪੇ ਬਖਸ਼ਿਸ਼ ਕਰ ਦਿੰਦੇ ਨੇ, ਫਿਰ ਉਹ ਫੁਰਨਾ ਹੀ ਬਣ ਜਾਂਦਾ ਵੀ ਇਸ ਤਰ੍ਹਾਂ ਕਰਿਆ ਕਰਾਂਗਾ ਹੁਣ। ਜੋ ਗੁਰਮੁਖੋ ਇਹ ਜਿਵੇਂ ਜਿਵੇਂ ਕੋ ਕਰੇਗਾ ਉਵੇਂ ਉਹਨੂੰ ਫਲ ਮਿਲੇਗਾ। ਜਪਜੀ ਸਾਹਿਬ ਦੇ ਪਾਠ ਦੁਆਰਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਬਖਾਨ। ਅਤੇ ਮੂਲ ਮੰਤਰ ਦੇ ਨਾਲ ਜਿਹੜਾ ਸ਼ਲੋਕ ਆ ਮੰਨਿਆ ਗਿਆ, ਜਪ ਤੋਂ ਲੈ ਕੇ ਆਦ ਸੱਚ ਜੁਗਾਦ ਸੱਚ, ਇਹ ਵੀ ਪਹਿਲੀ ਪੌੜੀ ਦੇ ਨਾਲ ਜਿਹੜਾ ਲਾ ਕੇ ਤੇ ਪੜ੍ਹਨਾ ਹੈ। ਨਾਨਕ ਹੋਸੀ ਵੀ ਸੱਚ ਇਹ ਪੌੜੀ ਪੜ੍ਹੋ ਪਰਮਾਨ। ਇਹ ਪੌੜੀ ਕਿਉਂਕਿ ਇਹਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਮੋਹਰ ਲੱਗੀ ਆ ਜਾਂਦੀ, ਸਤਿਗੁਰਾਂ ਦਾ ਨਾਮ ਆ ਜਾਂਦਾ। ਇਸ ਕਰਕੇ ਸੰਪਰਦਾਇਕ ਸਾਲਾਂ ਦੇ ਵਿੱਚ ਇਸ ਤਰ੍ਹਾਂ ਮੰਨਿਆ ਜਾਂਦਾ ਹੈ। ਤੋ ਜਿਹੜਾ ਗੁਰਪ੍ਰਸਾਦ ਤੱਕ ਮੂਲ ਮੰਤਰ ਹੈ, ਉਸ ਤੋਂ ਬਾਅਦ ਉਹ ਇਸ ਤਰ੍ਹਾਂ ਮੰਨਦੇ ਕਿ ਸੱਚੇ ਪਾਤਸ਼ਾਹ ਦਾ ਜਿਹੜਾ ਮੂਲ ਮੰਤਰ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਿਲਿਆ ਸੱਚਖੰਡ ਦਰਗਾਹ ਦੇ ਵਿੱਚੋਂ ਗੁਰਪ੍ਰਸਾਦ ਤੱਕ। ਅੱਗੇ ਸਤਿਗੁਰਾਂ ਨੇ ਜਪ ਲਾ ਕੇ ਬਾਣੀ ਦਾ ਤੇ ਨਾਲ ਆਦ ਸੱਚ ਜੁਗਾਦ ਸੱਚ ਨਾਨਕ ਹੋਸੀ ਵੀ ਸੱਚ, ਇਹ ਜਿਹੜੀ ਬਖਸ਼ਿਸ਼ ਸਾਨੂੰ ਕਰ ਦਿੱਤੀ। ਤੇ ਇਹਦੇ ਵਿਚਾਰਾਂ ਦੇ ਵਿੱਚ ਕਹਿੰਦੇ ਇਹਨਾਂ ਭਰਮਾਂ ਦੇ ਵਿੱਚ ਨਹੀਂ ਪੈਣਾ, ਕਿੰਤੂ ਪ੍ਰੰਤੂ ਦੇ ਵਿੱਚ ਨਹੀਂ ਪੈਣਾ। ਸੋ ਇਹ ਜਿਹੜਾ ਨਾਨਕ ਹੋਸੀ ਵੀ ਸੱਚ ਤੱਕ ਪੌੜੀ ਪੜੋ ਪ੍ਰਮਾਣ, ਇਹ ਪੌੜੀ ਦਾ ਜਪ ਵੀ ਗੁਰਸਿੱਖ ਜ਼ਰੂਰ ਕਰੇ। ਸਿਰੈ ਮੰਤਰ ਸਭ ਪੌੜੀਆਂ ਇਹ ਪੌੜੀ ਲੱਖ ਸਾਰ। ਇਹ ਸਭ ਤੋਂ ਸ੍ਰੇਸ਼ਟ ਮੰਤਰ ਹੈ। ਅੰਤ ਸਮੈ ਚਲਬੇ ਗੁਰੂ ਕੀਨੋ ਇਹੀ ਉਚਾਰ। ਕਲਗੀਧਰ ਪਾਤਸ਼ਾਹ ਜੀ ਜਦੋਂ ਜੋਤੀ ਜੋਤ ਸਮਾਉਣ ਲੱਗੇ ਸਨ, ਉਹਨਾਂ ਨੇ ਮੂਲ ਮੰਤਰ ਦਾ ਪਾਠ ਕੀਤਾ ਸੀ। ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ। ਇਹ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਹਨ। ਸਤ ਨਾਮ ਸਤਿਗੁਰ ਪ੍ਰਸਾਦ ਸਿੱਧ ਮੰਤਰ ਇਹ ਜਾਨ। ਇਸੇ ਤਰ੍ਹਾਂ ਗੁਰਮੁਖ ਪਿਆਰਿਓ ਗੁਰਪ੍ਰਸਾਦ ਤੱਕ ਇੱਕ ਓੰਕਾਰ ਤੋਂ ਲੈ ਕੇ ਇਹ ਸਿੱਧ ਮੰਤਰ ਜਾਣੋ, ਭਾਵ ਕਿ ਇਹ ਸੱਚੇ ਪਾਤਸ਼ਾਹ ਜੀ ਨੇ ਪਤਾ ਨਹੀਂ ਕਿੰਨੇ ਯੁੱਗ ਕਮਾਈ ਕਰਕੇ ਤੇ ਇਹ ਸਾਡੇ ਵਾਸਤੇ ਕਲਯੁਗੀ ਜੀਵਾਂ ਵਾਸਤੇ ਪ੍ਰਗਟ ਕੀਤਾ ਹੈ। ਰਾਮ ਕੋਇਰ ਭਾਖੈ ਭਲੇ ਸਾਹਿਬ ਸਿੰਘ ਸੁਨਕਾਨ। ਇਹ ਬਾਬਾ ਰਾਮ ਕੋਇਰ ਜੀ ਇਹ ਸਾਖੀ ਜਿਹੜੀ ਹੈ, ਕਿਉਂਕਿ ਉਹ 100 ਸਾਖੀਆਂ ਦਾ ਲੱਥਾ ਕੀਤਾ ਹੈ। ਪਹਿਲਾਂ ਵੀ ਦਾਸ ਨੇ ਜਿਵੇਂ ਬੇਨਤੀ ਕੀਤੀ ਤੇ ਭਾਈ ਸਾਹਿਬ ਸਿੰਘ ਲਿਖ ਰਹੇ ਸਨ ਇਹ ਸਾਰਾ ਇਤਿਹਾਸ ਸਾਖੀਆਂ। ਬਾਬਾ ਰਾਮ ਕੋਇਰ ਜੀ ਲਿਖਾ ਰਹੇ ਨੇ, ਕਹਿੰਦੇ ਸਾਹਿਬ ਸਿੰਘ ਇਹ ਸਾਰਾ ਤੂੰ ਆਪਣੇ ਕੰਨਾਂ ਦੇ ਨਾਲ ਸੁਣ ਲੈ। ਹਮ ਵੀ ਜਬ ਕਬ ਜਪਤ ਹੈ ਇਹੀ ਮੰਦਰ ਬਰਸਾਰ। ਬਾਬਾ ਰਾਮ ਕੋਇਰ ਜੀ ਕਹਿੰਦੇ ਵੇਖੋ ਕਿੰਨੀ ਸ਼ਕਤੀ। ਜਦੋਂ ਅੰਮ੍ਰਿਤਸਰ ਤੋਂ ਤੁਰੇ ਨੇ ਤੇ ਰਸਤੇ ਵਿੱਚ ਆਉਂਦਿਆਂ ਲਗਭਗ ਬੰਗਿਆਂ ਦੇ ਕੋਲ ਜਾ ਕੇ ਕਹਿੰਦੇ ਆਰਾਮ ਕਰਨ ਲੱਗ ਪਏ ਸੀ। ਜਦੋਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਤੇ ਉਹ ਕਿਸ ਤਰ੍ਹਾਂ ਪਹੁੰਚੇ ਕਿ ਆਪਣੀ ਸੰਗਤ ਨੂੰ ਕਹਿਣ ਲੱਗੇ ਕਿ ਮਾਤਾ ਜੀ ਹੁਣ ਯਾਦ ਕਰ ਰਹੇ ਨੇ, ਵਿਹਲ ਹੋ ਗਏ, ਹੁਣ ਅਸੀਂ ਜਾਣਾ, ਹੁਣ ਤੁਸੀਂ ਮਗਰੋਂ ਆ ਜਾਓ। 2 ਮਿੰਟਾਂ ਦੇ ਵਿੱਚ ਆਪਣੀ ਆਤਮਿਕ ਸ਼ਕਤੀ ਦੇ ਨਾਲ ਮਾਤਾ ਗੁਜਰੀ ਦੇ ਕੋਲ ਪਹੁੰਚ ਗਏ। ਉੱਥੇ ਜਾ ਕੇ ਪ੍ਰਸ਼ਾਦਾ ਸੀ। ਇਹ ਸਾਰੀ ਸ਼ਕਤੀ ਕਹਿੰਦੇ ਸਾਨੂੰ ਕਿੱਥੋਂ ਮਿਲੀ? ਇਹ ਮੂਲ ਮੰਤਰ ਦੇ ਵਿੱਚੋਂ ਹੀ। ਕਹਿੰਦੇ ਰਾਮ ਕੋਇਰ ਭਾਗੇ ਭਲੇ ਸਾਹਿਬ ਸਿੰਘ ਸੁਨਕਾਨ ਹਮ ਵੀ ਜਬ ਕਬ ਜਪਤ ਹੈ ਇਹੀ ਮੰਤਰ ਬਰਸਾਰ ਗੁਰ ਧਰ ਕੇ ਅਵਤਾਰ ਕੋ ਕੀਨੋ ਜਗਤ ਉਦਾਰ। ਇਹੀ ਮੰਤਰ ਅਸੀਂ ਜਪਦੇ ਰਹੇ ਹਾਂ।
ਇਹ ਨਾ ਜਾਣ ਲਿਓ ਕਿ ਸਤਿਗੁਰਾਂ ਨੇ ਹੋਰ ਮੰਤਰ ਜਪਿਆ ਸੀ, ਉਹਨਾਂ ਕੋਲ ਹੋਰ ਮੰਤਰ ਨਾਲ ਸ਼ਕਤੀ ਆਈ, ਹੋਰ ਮੰਤਰ ਨਾਲ ਉਹਨਾਂ ਨੂੰ ਸੱਚਖੰਡ ਦੀ ਪ੍ਰਾਪਤੀ ਹੋਈ। ਜਿਹੜੇ ਪੁਰਾਤਨ ਗੁਰਸਿੱਖ ਸਨ ਉਹਨਾਂ ਨੇ ਵੀ ਇਹੀ ਮੂਲ ਮੰਤਰ ਦਾ ਪਾਠ ਕੀਤਾ ਜਿਹੜਾ ਸਾਡੇ ਕੋਲ ਹੈ। ਸੱਚੇ ਪਾਤਸ਼ਾਹ ਜੀ ਨੇ ਸਾਡੇ ਤੋਂ ਕੁਝ ਨਹੀਂ ਲੁਕੋਇਆ ਜੋ ਇਹਦੇ ਵਿੱਚ ਇੱਕ ਗੱਲ ਆ ਜਾਂਦੀ ਕਿ ਅਸੀਂ ਜਪ ਲਈ ਜਪੀਏ ਕਿਹੜੇ ਹਿਸਾਬ ਦੇ ਨਾਲ, ਉਹ ਆਪੋ ਆਪਣਾ ਅਸੀਂ ਟਾਈਮ ਟੇਬਲ ਸੈੱਟ ਕਰਨਾ, ਜਿਵੇਂ ਜਿਵੇਂ ਕਿਸੇ ਨੂੰ ਸੂਟ ਕਰਦਾ, ਜਿਵੇਂ ਜਿਵੇਂ ਕੋਈ ਕਰ ਸਕਦਾ। ਕੋਈ ਅੰਮ੍ਰਿਤ ਵੇਲੇ ਕਰ ਸਕਦਾ, ਜੇ ਅੰਮ੍ਰਿਤ ਵੇਲੇ ਨਿਤਨੇਮ ਤੋਂ ਇਲਾਵਾ ਟਾਈਮ ਨਹੀਂ, ਫਿਰ ਉਹ ਦੁਪਹਿਰੇ, ਸ਼ਾਮ ਨੂੰ ਅਤੇ ਦੇਰ ਰਾਤ ਨੂੰ ਬੈਠ ਕੇ ਵੀ ਕਰ ਸਕਦਾ, ਜਿਵੇਂ ਜਿਵੇਂ ਕਿਸੇ ਦਾ ਸਮਾਂ। ਇਹ ਸਮਾਂ ਸਾਨੂੰ ਆਪਣੇ ਤੌਰ 'ਤੇ ਨਿਸ਼ਚਿਤ ਕਰਨਾ ਪੈਂਦਾ ਹੈ। ਅਤੇ ਦੂਸਰੀ ਗੱਲ ਇੱਕ ਵਿਸ਼ੇਸ਼ ਕਰਕੇ ਜ਼ਰੂਰੀ ਕਿ ਸਮਾਂ ਇਹ ਸਾਡਾ ਅੰਦਰਲਾ ਕਹਿ ਲਈਏ ਕਿ ਮਨ ਦਾ ਬਹੁਤ ਜ਼ਿਆਦਾ ਕਮੀਨਾਪਣ ਹੁੰਦਾ ਹੈ ਕਿ ਅਸੀਂ ਕਹਿੰਦੇ ਨੇ ਦੂਜੇ ਕੰਮਾਂ ਵਾਸਤੇ ਸਾਡੇ ਕੋਲ ਬਹੁਤ ਟਾਈਮ, ਤੇ ਅੰਦਰੋਂ ਮਨ ਕਹਿ ਦਿੰਦਾ ਕਿ ਨਹੀਂ ਰਹਿਣ ਦੇ, ਹੁਣ ਕਿੱਥੇ ਬੈਠਣਾ, ਹੁਣ ਥੱਕਿਆ ਪਿਆ, ਹੁਣ ਕੀ ਕਰੇਗਾ, ਤੇ ਇਸ ਪਾਸੇ ਆਉਣ ਨਹੀਂ ਦਿੰਦਾ। ਕਿਉਂਕਿ ਮਨ ਜਿਹੜਾ ਵਿਚਾਰਾ ਉਹ ਪੰਜਾਂ ਦੇ ਵਾਸਤੇ ਵਿੱਚ ਆ, ਪੰਜ ਜਿਹੜੇ ਬੜੇ ਬਲਵਾਨ ਨੇ, ਪੰਜ ਉਧਰ ਪਾਸੇ ਹੋਣਗੇ ਜਿੱਦਣ ਮੰਤਰ ਦਾ ਜਪ ਕਰੇ। ਮੰਤਰ ਦੀ ਸ਼ਕਤੀ ਜਿਹੜੀ ਹੈ ਮੂਲ ਮੰਤਰ ਦੀ, ਉਹਨੇ ਫਿਰ ਸਾਰਾ ਕੁਝ ਅੰਦਰ ਪ੍ਰਕਾਸ਼ ਕਰ ਦੇਣਾ। ਸੱਚੇ ਪਾਤਸ਼ਾਹ ਜੀ ਦੇ ਲਾਭ ਕਰਨ ਅਸੀਂ ਇਹ ਸੰਕਲਪ ਲਈਏ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਜੀ ਦੇ